ਇਹਦਾ ਪੇਪਰ ਇਹਦਾ ਇਮਤਿਹਾਨ ਪਾਸ ਕਰਨਾ ਭਾਈ ਬੜਾ ਔਖਾ। ਸੰਤ ਤੇਜਾ ਸਿੰਘ ਜੀ ਨੂੰ ਕਹਿਣਾ, ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ ਕੁਛ। ਧਿਆਨ ਦੇ ਕੇ ਸੁਣੋ, ਗੁਰੂ ਸਾਹਿਬ ਦੀ ਜਿਹੜੀ ਧਰਤੀ ਹੈ ਇਸ ਨੂੰ ਭਾਗ ਲਾਉਣ ਵਾਲੇ ਸੰਤ ਤੇਜਾ ਸਿੰਘ ਜੀ ਨੇ, ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਕ ਹੁੰਦੇ ਸੀ, ਸੰਗੀ ਕਹਿ ਲਓ। ਕਹਿੰਦੇ ਤੇਜਾ ਸਿਆ ਬ੍ਰਹਮ ਵਿਦਿਆ ਦਾ ਜਿਹੜਾ ਇਮਤਿਹਾਨ ਹੈ ਉਦੋਂ ਪਾਸ ਹੁੰਦਾ ਭਾਈ ਜਦੋਂ ਕੋਈ ਪਿੱਛੋਂ ਦੀ ਆ ਕੇ ਲੱਤ ਮਾਰੇ। ਬੈਠਿਆਂ ਦੇ ਪਿੱਛੋਂ ਦੀ ਆ ਕੇ ਲੱਤ ਮਾਰੇ, ਮੁੜ ਕੇ ਐ ਨਾ ਵੇਖੇ ਲੱਤ ਕਿਹਨੇ ਮਾਰੀ। ਨੰਬਰ 1। ਦੂਜਾ ਵਚਨ, ਉਹ ਵਚਨ ਥੋੜਾ ਜਿਹਾ ਕਠੋਰ ਹੈ, ਮੈਂ ਸੰਗਤ ਚ ਬੋਲਣ ਤੋਂ ਸਪੋਜ਼ ਕਰੂੰ, ਮੈਂ ਕਲੀਅਰ ਤਾਂ ਨਾ ਕਰ, ਚਲੋ ਥੋੜਾ ਜਿਹਾ ਹਿੰਟ ਦੇਣਾ। ਕਹਿੰਦੇ ਤੇਜਾ ਸਿਆ ਕੋਈ ਬੰਦਾ ਮਾੜਾ ਵਚਨ ਬੋਲੇ ਤੁਹਾਡੇ ਬਾਰੇ, ਮਾੜਾ ਵਚਨ ਵੀ ਲਿਖਿਆ ਕਿ ਮੈਂ ਨਹੀਂ ਬੋਲਣਾ ਚਾਹੁੰਦਾ ਇੱਥੇ, ਅੱਛਾ ਜੀ, ਕਿਉਂਕਿ ਵਚਨ ਤੋਂ ਸੱਤ ਦੇ ਨੇ, ਕਈ ਪ੍ਰੇਮੀ ਹੁੰਦੇ ਨੇ ਐਸੇ ਕਿ ਪੂਜਾ ਕਰ ਜਾਂਦੇ। ਮੈਂ ਉਹ ਕੋਲ ਜੀ ਗੱਲ ਕਰ ਰਿਹਾ ਤੇਜਾ ਸਿਆ ਕੋਈ ਤੁਹਾਡੇ ਬਾਰੇ ਕੁਝ ਬੋਲੇ, ਕਹਿੰਦੇ ਫਿਰ ਉਹਦੇ ਅੱਗੇ ਹੱਥ ਜੋੜ ਲਓ। ਮਾੜਾ ਬੋਲੇ ਉਹਨੂੰ ਕਹੋ ਭਾਈ ਤਾਂ ਬਹੁਤ ਚੰਗਾ ਕੀਤਾ, ਮੈਨੂੰ ਦੱਸਤਾ, ਮੈਂ ਇਹ ਹਾਂ ਜਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ, ਤੇਰਾ ਬੜਾ ਧੰਨਵਾਦ। ਜਦੋਂ ਆਹ ਪੋਜੀਸ਼ਨ ਆ ਗਈ ਮਹਾਰਾਜ ਕਹਿੰਦੇ ਉਦੋਂ ਸਮਝ ਲਓ ਬ੍ਰਹਮ ਵਿਦਿਆ ਦਾ ਪੇਪਰ ਪਾਸ ਹੋ ਗਿਆ। ਬੜਾ ਔਖਾ ਹੈ, ਬਹੁਤ ਔਖਾ। ਆਪਣੇ ਆਪ ਨੂੰ ਮਿਟਾਉਣਾ, ਖਾਕ ਬਣਾ ਦੇਣਾ, ਸੰਗਤਾਂ ਦੇ ਚਰਨਾਂ ਦੀ ਧੂੜੀ ਬਣ ਜਾਣਾ, ਕਹਿ ਦੇਣਾ ਬੜਾ ਸੌਖਾ ਹੈ ਤੇ ਕਰਨਾ ਭਾਈ ਬਹੁਤ ਔਖਾ। ਉਹ ਸੰਤ ਤੇਜਾ ਸਿੰਘ ਜੀ ਨੇ ਬਚਨ ਕੀਤੇ ਐਸੇ, ਇੱਕ ਹੋਰ ਵੀ ਕੀਤਾ। ਕਹਿੰਦੇ ਤੇਜਾ ਸਿੰਘ ਜੀ ਸੇਵਾ ਦੀ ਕੰਡ ਬੜੀ ਭਾਰੀ ਹੈ ਭਾਈ, ਜੇ ਇੱਕ ਵਾਰੀ ਸਿਰ ਤੇ ਚੱਕ ਲਈ ਇਹਨੂੰ ਸੁੱਟੀਏ ਨਾ, ਸਰੀਰ ਭਾਵੇਂ ਪੀਸਿਆ ਜਾਵੇ। ਆਪ ਵੀ ਬਚਨ ਕੀਤਾ ਉਹਨਾਂ। ਚੌਥਾ ਵਚਨ, ਤੇਜਾ ਸਿੰਘ ਜੀ ਸਮੇਂ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਪਰ ਢੋਲਕੀ ਖੜਕਦੀ ਰਹੇ ਬੰਦ ਕਰਕੇ ਕੀਲੇ ਤੇ ਨਹੀਂ ਟੰਗਣੀ। ਭਾਵ ਕੀਰਤਨ ਕਰਦੇ ਰਹੋ ਸਾਰੀ ਜ਼ਿੰਦਗੀ, ਗੁਰੂ ਦਾ ਜਸ ਕਰਦੇ ਰਹਿਣਾ ਤੁਸੀਂ। ਸਮੇਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਇਹੋ ਜਿਹੇ ਬਚਨ ਸੰਤ ਤੇਜਾ ਸਿੰਘ ਜੀ ਨਾਲ ਉਹਨਾਂ ਵੱਲੋਂ ਵਰਸਾਇਆ ਸਥਾਨ ਬੜੂ ਸਾਹਿਬ। ਬੜੂ ਸਾਹਿਬ ਉੱਥੋਂ ਬੱਚੇ ਆਏ ਸੀ। ਬੜਾ ਮੋਹਨ ਕਰਾਵੋ ਕਰੋ ਜੋਦੜੀਆ, ਕੈਸੇ ਬਹਿਰਾਜ ਦੇ ਸ਼ਬਦ। ਜੋਦੜੀਆਂ ਬੇਨਤੀਆਂ ਹੀ ਨੇ, ਤੂੰ ਮੇਰੇ ਹਿਰਦੇ ਰੂਪੀ ਘਰ ਜਾ ਕੇ ਬੈਠ। ਤਿੰਨ ਦੀਵਾਨ ਲਗਾਉਣ ਦਾ ਸਮਾਂ ਮਿਲਿਆ ਸੀ ਬੜੂ ਸਾਹਿਬ ਦੀ। ਬੜਾ ਆਨੰਦਮਈ ਉਹ ਸਥਾਨ, ਸਤ ਮਹਾਰਾਜ ਦੀ ਯਾਦ, ਰਮਣੀਕ, ਇਕਾਂਤ, ਸ਼ਾਂਤੀ, ਸ਼ੁੱਧ ਵਾਤਾਵਰਨ। ਆਓ ਅੱਜ ਭਾਈ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦੀ ਬਰਸੀ ਹੈ। ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਗੁਰੂ ਦੀ ਵਡਿਆਈ, ਗੁਰਬਾਣੀ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ, ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਨੇ ਸੇਵਾ ਚ ਆਪਣੀ ਜ਼ਿੰਦਗੀ ਸਾਰੀ ਲੇਖੇ ਲਾਈ। ਜਨਮ ਸਫਲਾ ਕੀਤਾ, ਹੋਰਾਂ ਦਾ ਵੀ ਕੀਤਾ। ਮਹਾਂਪੁਰਸ਼ ਜਦੋਂ ਦਿੱਲੀ ਗਏ ਨਾ, ਉੱਥੇ ਤੇ ਰਾਗੀ ਸਿੰਘ ਮਿਲਿਆ, ਉਹਦਾ ਨਾਮ ਸੀ ਰਾਗੀ ਸੁੱਧ ਸਿੰਘ। ਰਾਗੀ ਸੁੱਧ ਸਿੰਘ, ਸੁੱਧ, ਸ਼ੁੱਧ, ਅਸ਼ੁੱਧ ਦੋ ਸ਼ਬਦ ਹੁੰਦੇ ਨੇ। ਰਾਗੀ ਸੁੱਧ ਸਿੰਘ ਜੀ ਕਹਿੰਦੇ ਮਹਾਂਪੁਰਸ਼ੋ ਇੱਕ ਬੇਨਤੀ ਕਰਨੀ ਸੀ। ਸੰਤ ਮਹਾਰਾਜ ਕਹਿੰਦੇ ਤੁਸੀਂ ਪਾਤਸ਼ਾਹ ਦੇ ਕੀਰਤਨੀ ਹੋ, ਤੁਸੀਂ ਰਾਗੀ ਸਿੰਘ ਹੋ ਜੀ, ਸਦਕੇ ਜਿਹੜੀ ਮਰਜ਼ੀ ਬੇਨਤੀ ਕਰੋ, ਖੁਸ਼ ਹੋ ਕੇ ਬੇਨਤੀ ਕਰੋ। ਮਹਾਰਾਜ ਉਹਨਾਂ ਨੇ ਬੇਨਤੀ ਭਾਈ ਕਿਹੜੀ ਕੀਤੀ? ਕਹਿੰਦੇ ਮਹਾਰਾਜ ਮੈਂ ਸੁਣਿਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਨੇ। ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਸੰਤ ਜੀ ਤੁਸੀਂ ਵਿਚਰ ਰਹੇ ਸੀ, ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਨੇ। ਮਹਾਰਾਜ ਮੇਰੀ ਤਾਂ ਬੇਨਤੀ ਹੈ, ਮੈਨੂੰ ਇਹ ਤਾਂ ਦੱਸ ਦਿਓ ਦਰਸ਼ਨ ਕਿਹੋ ਜਿਹੇ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੈਸੇ ਸੀ? ਮਹਾਰਾਜ ਉਹਨਾਂ ਦਾ ਚਿਹਰਾ
ਦਾੜਾ ਪ੍ਰਕਾਸ਼ ਨੇਤਰ ਚਿਹਰੇ ਦਾ ਨੂਰ ਮੈਨੂੰ ਸਮਝਾ ਦਿਓ। ਬਸ ਮੇਰੀ ਬੇਨਤੀ ਇਹੀ ਹੈ, ਤੁਸੀਂ ਦਰਸ਼ਨ ਕਰ ਲਏ, ਅਸੀਂ ਕੀਤੇ ਨਹੀਂ, ਕਿਰਪਾ ਕਰਕੇ ਦੱਸ ਤਾਂ ਦਿਓ ਕਿਹੋ ਜਿਹੇ ਦਰਸ਼ਨ ਸੀ। ਸੰਤ ਮਹਾਰਾਜ ਕਹਿੰਦੇ ਭਾਈ ਦੋ ਗੱਲਾਂ ਕੀਤੀਆਂ ਉੱਥੇ। ਪਹਿਲੀ ਗੱਲ ਕਹਿੰਦੇ ਦਰਸ਼ਨ ਦੱਸੇ ਨਹੀਂ ਜਾ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੱਸੇ ਨਹੀਂ ਜਾ ਸਕਦੇ। ਦੂਜੀ ਗੱਲ ਕਹਿੰਦੇ ਭਾਈ ਦਰਸ਼ਨ ਤਾਂ ਮੈਨੂੰ ਹੁਣ ਵੀ ਹੋ ਰਹੇ ਨੇ। ਸੰਤ ਜੀ ਕਹਿੰਦੇ ਦਰਸ਼ਨ ਮੈਨੂੰ ਹੁਣ ਵੀ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਉਹ ਕਹਿੰਦੇ ਜੀ ਕਿਵੇਂ? ਔਰ ਰਾਗੀ ਸੁਰ ਸਿੰਘ ਜੀ ਕਹਿੰਦੇ ਮੈਨੂੰ ਕਹਿੰਦੇ ਦਰਸ਼ਨ ਤਾਂ ਹੁਣ ਵੀ ਹੋ ਰਹੇ ਨੇ। ਇੰਨੀ ਗੱਲ ਕਹਿ ਕੇ ਨਾ ਦੋਨੇ ਹਸਤ ਕਮਲ ਮੇਰੇ ਦਾੜੇ ਤੇ ਫੇਰ ਦਿੱਤੇ ਸੰਤਾਂ ਨੇ। ਨਾਲੇ ਕਹਿ ਦਿੱਤਾ ਭਾਈ ਆ ਸਾਬਤ ਸੂਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦੀ। ਆ ਦਰਸ਼ਨ ਮੈਨੂੰ ਹੁਣ ਵੀ ਹੋਏ। ਆ ਜਿਹੜੀ ਸਾਬਤ ਸੂਰਤ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦੀ ਹੈ। ਨਾਲ ਸੰਤਾਂ ਨੇ ਉਹ ਪੰਕਤੀਆਂ ਪੜੀਆਂ, ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ में हो करो निवास, खालसा मेरो मुख है अंगा, खालसे के हो सत सत संगा। ऐसे प्यार दे बचन, खालसा मेरो पिंड पुराण, खालसा मेरी जान की जान पाई। कहते रागी साहब खालसा और गुरु गोबिंद सिंह महाराज का स्वरूप महाराज ने वचन भी किया हजूर साहब की धरती ते। कहते हुण मैं मेरे खालसे च निवास करूंगा भाई, खालसे में हो करूं निवास। बिच खालसे निवास सदा मेरा, मेरा ही है रूप खालसा। खालसे निवास सदा मेरा, मेरा ही है रूप खालसा। तेरा ही
मेरा ही और आगे सुख सिंह जी महाराज गुरु गोबिंद सिंह कलगीधर पातशाह के दर्शन तो मेरे दड़ ते हथ फेर के कहते मैनू हुण भी हो गए सात सूरत दस्तार सिरा। आओ जी ऐसे प्यार दे वचन क्योंकि महापुरुषों ने ना जान तो शरीर छड्डण तो पहला थोड़े थोड़े इशारे करने शुरू करते सी। उन्होंने पता सी तुसी एक हैरान हो जाओगे सुन के गल जब पढ़ते हैं ना बाबा जी का इतिहास किन्ने महीने पहला विसाख दे विच महाराज ने कहता सी विसाख दे विच कहता सी कहंदे असी 19 माघ नूं चाले पावांगे 19 माघ देखो विसाख जेठ हाड़ साउण भादो अस्सू कत्ता मगर पोह माघ 9 महीने पहला किवें राणा साहब धरती तो कोले रेरू साहिब उत्थे कोई महापुरुष आए मिलने वास्ते बाबा जी ने उन्होंने नाम संत अतर सिंह सी। उस समय 4 अतर सिंह जी होए ने भाई इको समय 4 अतर सिंह जी होए संत अतर सिंह जी रेरू साहिब बने महापुरुषों को मिलने वास्ते आए। उन्होंने भी पता सी भी असीं जाना शरीर छड्डना पता उन्होंने भी सी। मस्तोला साहब आ गए नाल एक छोटा जिहा बच्चा 9 साल का छोटा जिहा बच्चा नाल है उन्होंने मस्तोला साहब आ गए पुछया कहते संतां नूं मिलना सी कहते जी तो दमदमा साहब विसाखी है उत्थे पहुंचे चलो जी दमदमा साहब पिछे चले गए। दमदमा साहब जब पहुंचे संत अतर सिंह महाराज मस्तोला साहब वाले महापुरुषों को पता लग गया कहते रेरू साहब वाले महापुरुष आए ने संत जी कलगी तो उठ खड़े बड़े सत्कार नाल अगे होके एन नीवे होके उन्हां दी चरनी हथ लाउण लगे उन्होंने हथ फड़ ले बोले रेरू साहब वाले महापुरुष कहते महाराज चरनी हथ एक काम ना जब असीं गुरु नानक साहब का इतिहास पढ़ते हैं बाबा जी के जीवन चलता है बेबे नानकी 5 साल वड्डी सी गुरु नानक साहब 5 साल वड्डे सन भैन जी बेबे कहते होंगे भैन नूं बेबे कहते होंगे पुराने बुजुर्ग होण तो पुराने बुजुर्ग उस समय दे नहीं रहे सुने कई बार उन्होंने बेबे कहना भैन नूं बेबे कह के बुलाउणा। जदों गुरु नानक साहब किसी उदासी तो आउंदे बाहर भरमण करके जीवन का भला करके सीधे रस्ते पा के जदों आउणा ना तब भैन ने भज के जाके बेबे नानकी ने चरनां ते हथ लाउणे। गुरु नानक साहब ने उस समय कहना भैने तू मैं तो वड्डी है 5 साल मेरे पैरों नूं हथ ना लाया कर तू मेरे पैरों नूं हथ ना लाया कर। फिर बेबे नानकी का कमाल का जवाब कि साडी भी शर्त यही जी बन जाए। बेबे नानकी कहती वीरा जे तू मेरा वीर होवे आम इंसान होवे मैं तेरे कदे भी पैरी हथ ना लावां मैं तेरे कदे भी पैरी हथ ना तू कहती आम बंदा नहीं तू आम इंसाना वर्गा इंसान नहीं ठीक है मनुख का शरीर धारण जरूर किया है पर तू तो परमेश्वर आप मेरे वीर के रूप विच मेरे पिता जी के घरे मेरे माता जी के घर में तू तो रब आ गया मैं तेनू परमेश्वर समझदी हाँ मैं तेनू वीर नहीं समझती मैं अपना भरा नहीं समझती। इसे करके नानक जदों मैं तेनू वेखदी हाँ ना मेरे दोने हाथ जुड़ जाते ने और मेरा मस्तक मेरा दिल करदा तेरे चरणों ते रख मैं तेनू भाई नहीं समझती। दुनिया च अपना नाता भैन भरा दा है और जब तक मेरी वस्त है ना तो आम इंसान नहीं परमेश्वर ने मनुख का रूप धारण किया। कैसे प्यार है आओ जी संत महाराज जो लगे सत्कार सत्कार ही होता भाई आओ जी तो आओ हमारे हर का सर्व सुनावना तुम आवत
ਮੇਰਾ ਮਨ ਤਾਂ ਹਰਿਆ ਹਰ ਜਸ ਤੁਮ ਸੰਗ ਗਾਵਣਾ। ਜਦੋਂ ਸਾਧੂ ਇਕੱਠੇ ਹੁੰਦੇ ਆ ਨਾ, ਫਿਰ ਗੱਲਾਂ ਚੱਲ ਪਈਆਂ ਭਾਈ ਪਰਮੇਸ਼ਰ ਦੀਆਂ। ਦੁਨਿਆਵੀ ਬੰਦੇ ਇਕੱਠੇ ਹੁੰਦੇ ਨੇ, ਦੁਨਿਆਵੀ ਗੱਲਾਂ। ਵਪਾਰੀ ਇਕੱਠੇ ਹੁੰਦੇ ਨੇ, ਵਪਾਰ ਦੀਆਂ ਗੱਲਾਂ। ਕਿਸਾਨ ਖੇਤ ਇਕੱਠੇ ਹੁੰਦੇ ਨੇ, ਕਿਸਾਨੀ ਦੀਆਂ ਗੱਲਾਂ। ਬਿਜ਼ਨਸਮੈਨ, ਮੁਲਾਜ਼ਮ, ਜੈਸੇ ਵੀ ਇਕੱਠੇ, ਉਹ ਗੱਲ ਉਹੀ ਜੀ ਕਰਦੇ ਨੇ ਇਕੱਠੇ ਹੋ ਕੇ। ਸਤਸੰਗੀ ਵਾਲੀ ਗੱਲ ਕਰਨੀ। ਹੁਣ ਸੰਤ ਮਹਾਰਾਜ ਔਰ ਬਾਬਾ ਅਟਲ ਸਿੰਘ ਸਾਹਿਬ ਜੀ ਦੇ ਬਚਨ ਸੁਣਿਓ ਭਾਈ। 2-3 ਬਚਨ ਹੋਏ ਨੇ ਉੱਥੇ ਮਹਾਰਾਜ ਨੇ ਇਸ਼ਾਰਾ ਕਰਤਾ। ਜਦੋਂ ਬੈਠੇ ਕੁਛ ਦਿਨ ਰਹੇ, ਆਨੰਦ ਮਾਣਿਆ, ਸੰਤ ਅਟਲ ਸਿੰਘ ਰੇਰੂ ਸਾਹਿਬ ਵਾਲੇ ਹੁਣ ਤੁਰਨ ਲੱਗੇ ਭਾਈ, ਉੱਥੇ ਚੱਲਣ ਲੱਗੇ ਦਮਦਮਾ ਸਾਹਿਬ ਤੋਂ। ਕਹਿੰਦੇ ਚੰਗਾ ਮਹਾਂਪੁਰਸ਼ੋ, ਅਸੀਂ ਤਾਂ ਚੱਲੇ। ਸੰਤ ਅਟਲ ਸਿੰਘ ਸਾਹਿਬ ਮਸਤੂਆਣਾ ਸਾਹਿਬ ਕਹਿੰਦੇ ਠਹਿਰ ਜਾਂਦੇ ਆ ਜੀ ਕੁਛ ਦਿਨ ਹੋ। ਕਹਿੰਦੇ ਨਹੀਂ ਜੀ, ਬਸ ਹੁਣ ਜਾਣਾ ਹੀ ਹੈ। ਸਾਡੇ ਮਹਾਰਾਜ, ਸਾਡਾ ਤਾਂ ਪ੍ਰੋਗਰਾਮ ਬਣ ਚੁੱਕਿਆ। ਸੰਤ ਅਟਲ ਸਿੰਘ ਰੇਰੂ ਸਾਹਿਬ ਨੇ ਕਹਿੰਦੇ ਕਿਵੇਂ ਜੀ? ਕਹਿੰਦੇ ਸਾਡਾ 11 ਮਾਘ ਦਾ ਪ੍ਰੋਗਰਾਮ ਹੈ ਜਾਣ ਦਾ। ਦੇਖੋ ਵਿਸਾਖ ਦੇ ਵਿੱਚ ਗੱਲਾਂ ਹੋ ਰਹੀਆਂ ਨੇ। ਕਹਿੰਦੇ 11 ਮਾਘ ਦਾ ਪ੍ਰੋਗਰਾਮ ਹੈ ਸਾਡਾ। ਫਿਰ ਸੰਤ ਸੁਭਾਵ ਕੀ ਬੋਲ ਪਏ ਮਸਤੂਆਣੇ ਵਾਲੇ। ਕਹਿੰਦੇ ਮਹਾਂਪੁਰਸ਼ੋ ਤੁਸੀਂ ਚੱਲੋ, 8 ਦਿਨਾਂ ਬਾਅਦ ਤੁਹਾਡੇ ਮੰਗ ਰਹੀਆਂ ਸੀਗੀਆਂ। 8 ਦਿਨਾਂ, 11 ਤੇ 8 19 ਮਾਘ। ਸੁਣਨ ਵਾਲੇ ਸੁਣ ਗਏ, ਜਿਨ੍ਹਾਂ ਨੇ ਨਹੀਂ ਧਿਆਨ ਕੀਤਾ ਰਹਿ ਗਏ। ਸੰਤ ਨੇ ਸੁਭਾਵ ਕੀ ਬੋਲ ਦਿੱਤਾ, ਚਲੋ ਕੋਈ ਗੱਲ ਨਹੀਂ ਭਾਈ। ਉੱਥੇ ਜਦੋਂ ਆ ਦੱਸ ਦਿੱਤੀ, ਇਸ਼ਾਰਾ ਕਰ ਦਿੱਤਾ, ਕਹਿੰਦੇ 11 ਮਾਘ ਨੂੰ ਕੋਈ ਨਹੀਂ, ਫਿਰ 8 ਦਿਨਾਂ ਦੀ ਇਹ ਗੱਲ ਹੈ, ਤੁਹਾਡੇ ਪਿੱਛੇ ਆਏ। 19 ਮਾਘ ਨੂੰ ਸੰਤ ਮਹਾਰਾਜ ਆ ਰਹੇ ਹੈ। 29 31 1 19 ਮਾਘ ਰਾਤ ਦਾ 1:30 ਵਜ ਜਾਣੇ, ਉਹ ਸਮਾਂ ਜਾਣੇ। 19 ਤਰੀਕ ਨੂੰ 19 ਮਾਘ ਸਮਝ ਲਓ 1.5 ਘੰਟੇ ਸ਼ੁਰੂ ਹੁੰਦਾ ਜੀ, 12 ਵਜੇ ਤੋਂ ਬਾਅਦ ਉਹਨਾਂ ਦਾ ਵੀ ਸਮਾਂ। ਪਰ ਉੱਥੇ ਇੱਕ ਵਚਨ ਹੋਰ ਹੋ ਗਿਆ। ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਕਿ ਜਦੋਂ ਗੁਰਮੁਖ ਪਿਆਰੇ ਇਕੱਠੇ ਹੁੰਦੇ ਆ ਨਾ, ਫਿਰ ਉਹਨਾਂ ਨੇ ਗੁਰੂ ਦੀਆਂ ਗੱਲ ਕਰਨੀ ਹੈ। ਭਾਈ ਗੁਰਦਾਸ ਲਿਖਦੇ ਨੇ ਇੱਕ ਜਗ੍ਹਾ ਤੇ ਭਾਈ ਗੁਰਦਾਸ ਲਿਖਦੇ ਨੇ, ਇੱਕ ਸੈਣ ਹੋਇਆ ਭਾਈ ਸਿੱਖ, ਉਹ ਵੀ ਬੰਦਗੀ ਕਰਨ ਵਾਲਾ ਸੀ। ਸੈਣ ਜੀ ਦੇ ਮਨ ਚ ਚਾਅ ਚੜਿਆ, ਕਹਿੰਦੇ ਮੈਂ ਵੀ ਰੱਬ ਦਾ ਨਾਮ ਲਿਆ ਕਰਾਂ, ਮੈਂ ਵੀ ਹਰ ਜਸ ਕਰਿਆ ਕਰਾਂ, ਮੈਂ ਵੀ ਸੰਤਾਂ ਦਾ ਸੰਗੀ ਬਣਾ, ਗੁਰਮੁਖਾਂ ਦੀ ਸੰਗਤ ਕਰਿਆ ਕਰਾਂ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨੜੀ। ਪ੍ਰੇਮ ਭਗਤ ਰਾਤੀ ਕਰੈ ਭਲਕੇ, ਉਠ ਰਾਜ ਦੁਆਰੇ ਜਾਈ। ਨਾਲੇ ਨੌਕਰੀ ਕਰਦਾ ਹੈ ਰਾਜੇ ਦੀ ਮਾਨਸਾ ਕਰਦਾ ਹੈ, ਇਸ਼ਨਾਨ ਕਰਵਾਉਂਦਾ ਹੈ, ਉਹਦੇ ਨਹੁੰ ਵਗੈਰਾ ਜੋ ਵੀ ਹੈ ਉਹਦੀ ਸੇਵਾ ਕਰਦਾ। ਰਾਤ ਨੂੰ ਬੰਦਗੀ ਕਰਨੀ, ਸਵੇਰੇ ਰਾਜੇ ਦੀ ਨੌਕਰੀ ਕਰਨੀ। ਇੱਕ ਦਿਨ ਸਾਧੂ ਆ ਗਏ, ਗੁਰਮੁਖ ਆ ਗਏ। ਉਹ ਐਸਾ ਕੀਰਤਨ ਦੀਆਂ ਝੜੀਆਂ, ਕੀਰਤਨ ਦੇ ਵਿੱਚ ਐਸਾ ਮਗਨ ਹੋਇਆ, ਰਾਜੇ ਕੋਲ ਜਾ ਹੀ ਨਹੀਂ ਸਕਿਆ। ਭੁੱਲ ਗਿਆ ਜਾਣਾ, ਟਾਈਮ ਹੀ ਭੁੱਲ ਗਿਆ। ਸਾਧੂ ਚਲੇ ਗਏ। ਦੂਜਾ ਦਿਨ ਚੜਿਆ, ਬੜਾ ਪਛਤਾਵਾ ਹੋਇਆ ਵੀ ਅੱਜ ਮੈਨੂੰ ਸਜ਼ਾ ਮਿਲਣੀ ਹੈ। ਮੈਂ ਰਾਜੇ ਕੋਲੇ ਗਿਆ ਨਹੀਂ, ਕਹਿ ਰਹਾ ਹਾਜ਼ਰੀ ਲੱਗ ਗਈ। ਡਰਦਾ ਜਦੋਂ ਗਿਆ ਕਿ ਰਾਜਾ ਕਹਿੰਦਾ ਸੈਣ ਕੱਲ ਤੱਕ ਕਮਾਲ ਹੀ ਕਰਦੀ, ਬਹੁਤ ਵਧੀਆ ਸੇਵਾ। ਕਹਿੰਦਾ ਸੇਵਾ ਤੂੰ ਮੇਰੀ ਅੱਗੇ ਵੀ ਕਰਦਾ ਹੈ, ਪਰ ਕੱਲ ਤਾਂ ਮੇਰੇ ਕਹਿਣ ਤੋਂ ਬਾਹਰ ਦੀ ਗੱਲ ਹੋ ਗਈ। ਹੋਇਆ ਕਿ ਸੈਣ ਰੂਪ ਹਰ ਹੋਏ ਕਹਿ, ਆਇਆ ਰਾਣੇ ਨੂੰ ਰਜਾਈ। ਪਰਮੇਸ਼ਰ ਵਾਹਿਗੁਰੂ ਜੀ ਨੇ ਸੈਣ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕੀਤੀ। ਤੇ ਸੈਣ ਜੀ ਉੱਥੇ ਬੈਠੇ, ਕੀਰਤਨ ਦੀ ਹਾਜ਼ਰੀ। ਆਏ ਸੰਤ ਪ੍ਰਾਹੁਣੇ, ਕਹਿੰਦੇ ਮਹਾਰਾਜ ਸਾਡੇ ਤਾਂ ਘਰ ਪ੍ਰਾਹੁਣੇ ਆ ਗਏ। ਕੀਰਤਨ ਹੋਵਾ ਰਹਿਣ ਸਵਾਈ, ਸਾਰੀ ਰਾਤ ਫਿਰ ਕੀਰਤਨ ਹੁੰਦਾ ਰਿਹਾ, ਹਰ ਜਸ ਹੁੰਦਾ ਰਿਹਾ। ਇਸੇ ਤਰ੍ਹਾਂ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਔਰ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਭਾਈ ਜਦੋਂ ਇਕੱਠੇ ਹੋਏ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਵਾ ਰਹਿਣ ਸਵਾਈ। ਆ ਪੜ੍ਹ ਲਓ ਦੋ ਪੰਕਤੀਆਂ। ਕੀਰਤਨ ਹੋਵਾ ਰਹਿਣ ਸਵਾਈ, ਸੰਤ ਪ੍ਰਾਹੁਣੇ ਆਏ। ਕੀਰਤਨ ਹੋਵਾ ਰਹਿਣ ਸਵਾਈ,
कीर्तन हो रैन समाई, कीर्तन हो रैन समाई, कीर्तन हो रैन समाई, कीर्तन हो रैन समाई। संत सरोवरे आए, संत सरोवरे आए, संत सरोवरे आए, संत सरोवरे आए। आए संत फरौने, कीर्तन हुआ रैन समाई। सवाई भाव सारी, रैन भाव रात, सारी रात ही कीर्तन होता है। कैसी कमाल दी रचना है भाई गुरदास जी दी। सारे भगतां बारे तकरीबन, कबीर जी बारे, होर धन्ना जी बारे, रविदास जी बारे बड़े प्यार विच भिज के उन्होंने वचन दर्ज किए ने। उन्होंने वारा कहते हैं भाई गुरदास जी दी वारा। आओ जी हुण संत जी महाराज पुछते हैं, जो विदायगी लैन लगे ना संत जी रेणु साहब वाले महापुरुष, कहते बच्चा कौन है? ध्यान दे के कहते बच्चा कौन है तुहाडे नाल? कहते महाराज जी साडा सेवक है। ਇਹਦਾ नाम की है? ਇਹਦਾ नाम गुलाब सिंह है जी। फिर संतां ने ऐसा वचन किया, ਉਹਦੇ ਚਿਹਰੇ ਵੱਲ किन्नी देर महापुरुष देखते रहे। मस्तूआणा साहब आ गए। कई बार राणा साहब की स्टेज तो बोलने का मौका मिलता, जाते रहे उत्थे बाबा जी की बरसी वेले भी। उत्थे ना फिर कड़ी ऐ जुड़ जाती है, मस्तूआणा साहब ते राणा साहब दी तारां जुड़ जांदियां ने आपस। कहते नाम कहते गुलाब सिंह। संत जी ਉਹਦੇ चेहरे वाल वेखते रहे। बाबा जी मस्तूआणा साहब वाले महापुरुष कहते काफी समय बाद बोले, ਉਹਦਾ मस्तक देखेंगे। कहते इस बच्चे ने गुरु नानक दी बाणी का प्रचार देशा प्रदेशा विच करना है। इन्हें कीर्तन दी झड़ियां लाउणियां ने, बहुत बड़े बड़े लंगर भी चलाया करूंगा। आ वचन हो गए। हुण राणा साहब दे लंगर जिहड़े जानते ने, जिहड़े गए ने, अपने आप च मसाला ने, मैनूं ज्यादा कहण दी लोड़ नहीं। कहवे को सभा नहीं देखा ही प्रवान। फिर भाई वो वचन सत होए। वो बालक गुलाब सिंह बड़ा होकर संत ईश्वर सिंह जी राणा साहब ने बने। राणा साहब वाले महापुरुष वो गुलाब सिंह वचन की सत महाराज मस्तूआणा साहब बने। झड़ियां लाइया, कीर्तन दी रौनक लाइया, दुनिया का भला किया। अज उस स्थान की अपनी एक होंद है दुनिया के इतिहास में। राणा साहब की संस्था बड़ा प्यार, पता नहीं कितने महापुरुष थे, कितने उतो तैयार हो गए, साधु होर भी बन गए। आओ संत महाराज बड़ी दूर दूर तक गए। एक जिक्र होंगे शाहां दी ढेरी, पिंड है एक पाकिस्तान की धरती ते शाहां दी ढेरी। उतों दी लंघे जाती है महापुरुष,
बिना सास गिरास न विसरे हर नामा मन मंत धन से सही नानका पूर्ण सोई संत पूर्ण महापुरुष। जा रहे ने तुरे, एक बंदा मंजे ते बैठा, एक बंदा मंजे ते बैठा, गली विचों ने मंजा डाहिया उत्ते बैठा बजुर्ग, ओहदा नाम सी गुरमुख सिंह। महापुरुषों ने तो राह पुछ लिया, कहते जी डेरे खालसे नूं किहड़ा राह जांदा? ਉਹ ਕਹਿੰਦੇ ਰਸਤਾ ਤਾਂ ਦੱਸ ਦਿੱਤਾ। ਫਿਰ ਕਹਿੰਦੇ ਆ ਜਾਓ ਮਹਾਂਪੁਰਸ਼ੋ, ਬਾਬਾ ਤਰਸਵੀ ਜੀ ਨੂੰ ਕਹਿੰਦੇ ਬਹਿ ਜਾਓ ਸਾਡੇ ਕੋਲੇ ਮੰਜੇ ਤੇ 2 ਮਿੰਟ ਆਰਾਮ ਕਰ ਲਓ। ਸੰਤਾਂ ਨੇ ਕਿਤੇ ਸੁਭਾਵਕ ਕਹਿਤਾ, ਕਹਿੰਦੇ ਨਹੀਂ ਭਾਈ ਅਸੀਂ ਜਾਣੇ ਅੱਗੇ ਜਾਣਾ, ਬੈਠੋ ਦਾ ਸਮਾਂ ਨਹੀਂ। ਫਿਰ ਉਹ ਪ੍ਰਾਣੀ ਗੁਰਮੁਖ ਸਿੰਘ ਇੱਕ ਉਹਨੇ ਵਿਅੰਗ ਕੀਤਾ ਹੈ, ਚੋਟ ਮਾਰੀ। ਇੱਕ ਚੋਟ ਕਿਹੜੀ ਮਾਰੀ? ਕਹਿੰਦੇ ਆਹੋ ਜੀ ਅੱਜ ਦੇ ਮਹਾਂਪੁਰਸ਼ ਸਾਡੇ ਕੋਲੇ ਕਿੱਥੇ ਟਿਕਦੇ ਨੇ, ਜਿੱਥੇ ਇਹਨਾਂ ਨੂੰ ਕੜਾਹ ਪ੍ਰਸ਼ਾਦ ਪੂਰੀਆਂ ਮਿਲਦੀਆਂ ਨੇ ਉੱਥੇ ਖੜਦੇ ਨੇ ਜਾ ਕੇ। ਸਾਡੇ ਕੋਲੇ ਕੌਣ ਹੁੰਦਾ? ਕਹਿੰਦਾ ਗਰੀਬਾਂ ਕੋਲੇ। ਜਦੋਂ ਇੰਨੀ ਗੱਲ ਆਖੀ ਨਾ, ਸਾਡਾ ਗਰੀਬਾਂ ਦਾ ਰੁੱਖਾ ਮਿੱਸਾ ਕੌਣ ਨਹੀਂ ਸਕਦਾ ਭਾਈ? ਕੋਈ ਨਹੀਂ ਸਕਦਾ। ਕੀਰ ਸੁਨਾਮ ਸਾਧ ਮੈਂ ਪਾਇਆ, ਗੁਣ ਗਾਵਤ ਰਹਿਣ ਬਿਆਨੀ, ਕਬੀਰ ਕੋ ਠਾਕੁਰ ਆਨੰਦ ਬਲੋਦੀ ਜਾਤ ਨਾ ਤਾਹੂ ਕੀ ਮਾਨੀ। ਕਹਿੰਦੇ ਸਾਡਾ ਕੌਣ ਸਕਦਾ? ਮਹਾਂਪੁਰਸ਼ ਉੱਥੇ ਬਹਿ ਗਏ। ਕਹਿੰਦੇ ਲੈ ਗੁਰਮੁਖ ਸਿਆ ਭਾਈ ਤੇਰੇ ਕੋਲੇ ਬਹਿ ਗਏ, ਹੁਣ ਤੇਰੇ ਕੋਲ ਹੀ ਰਹਾਂਗੇ, ਪਰ ਇੱਕ ਗੱਲ ਦਾ ਖਿਆਲ ਰੱਖੀ, ਰੁੱਖਾ ਮਿੱਸੇ ਛਕਾਂਗੇ। ਤੂੰ ਕਿਹਾ ਨਾ ਸਾਡਾ ਰੁੱਖਾ ਮਿੱਸਾ ਕੌਣ ਛਕਦਾ, ਅਸੀਂ ਰੁੱਖਾ ਮਿੱਸੇ ਛਕਾਂਗੇ। ਬੜਾ ਸਮਾਂ ਉੱਥੇ ਰਹੇ ਨੇ ਮਹਾਂਪੁਰਸ਼, ਬੜੀ ਉੱਥੇ ਬੰਦਗੀ ਕੀਤੀ, ਬਹੁਤ ਉੱਥੇ ਭਜਨ ਕੀਤਾ ਉਹਨਾਂ ਕੋਲੇ ਰਹਿ ਕੇ। ਮਾਤਾ ਉਹਦੇ ਘਰੋਂ ਸੀ ਗੁਰਮੁਖ ਸਿੰਘ ਦੇ ਮਾਈ ਰਾਧਾ ਸੀ, ਉਹਦਾ ਨਾਮ, ਬੀਬੀ ਦਾ ਨਾਮ ਮਾਤਾ ਰਾਧਾ। ਬੜੀ ਸੇਵਾ ਕਰਦੀ, ਬਹੁਤ ਜ਼ਿਆਦਾ ਸੇਵਾ ਕਰਦੀ। ਕਈ ਵਾਰੀ ਸੰਤਾਂ ਨੇ ਕਹਿ ਦੇਣਾ, ਕਹਿੰਦੇ ਮਾਤਾ ਤੂੰ ਸਾਡੀ ਸੇਵਾ ਨਹੀਂ ਨਾ ਕਰਿਆ। ਸਾਰੀ ਰਾਤ ਸੰਤ ਮਹਾਰਾਜ ਭਜਨ ਵਿੱਚ ਬੈਠੇ ਰਹਿੰਦੇ। ਉੱਤੇ ਉਹਨੇ ਕੱਪੜਾ ਦੇਖਣਾ, ਸਰਦੀ ਦੀ ਰੁੱਤ, ਐ ਕੋਈ ਕੱਪੜਾ ਸੰਤ ਮਹਾਰਾਜ ਦੇ ਸਰੀਰ ਤੇ ਪਾ ਦੇਣਾ ਬੈਠਿਆਂ ਤੇ, ਉਹ ਫਿਰ ਡਿੱਗ ਪੈਣਾ ਹੌਲੀ ਹੌਲੀ ਸਰੀਰ ਤੋਂ, ਬੈਠਿਆਂ ਤੋਂ। ਫੇਰ ਉੱਠਦੀ, ਫੇਰ ਪਾ ਜਾਂਦੀ। ਫਿਰ ਨਾ ਇੱਕ ਉਹ ਸਿਓ ਕੇ ਚੋਗਾ ਜਿਹਾ ਐ ਪਾ ਸੰਤਾਂ ਦੇ ਗਲ ਚ ਪਵਾ ਦੇਣਾ ਵੀ ਲੋ ਹੁਣ ਇਹਨੇ ਡਿੱਗਣਾ ਨਹੀਂ, ਸਾਰੀ ਰਾਤ ਬੈਠੇ ਭਜਨ ਕਰੀ ਜਾਣਾ। ਫਿਰ ਕੇਸੀ ਇਸ਼ਨਾਨ ਆਪ ਕਰਾਉਣਾ ਉਸ ਲਈ। ਸੰਤ ਮਹਾਰਾਜ ਦੇ ਕੇਸ ਉਹਨਾਂ ਦਿਨਾਂ ਦੇ ਵਿੱਚ ਭਾਈ ਖੜ ਕੇ ਕੇਸੀ ਇਸ਼ਨਾਨ ਕਰਦੇ ਹੁੰਦੇ। ਬਾਬਾ ਅਤਰ ਸਿੰਘ ਜੀ ਖੜੇ ਹੋ ਕੇ, ਕਿਉਂਕਿ ਖੜੇ ਹੋ ਕੇ ਵੀ ਜਿਹੜੇ ਕੇਸ ਹੀ ਧਰਤੀ ਨਾਲ ਲੱਗਦੇ ਹੁੰਦੇ, ਖੜੇ ਹੋ ਕੇ ਇਸ਼ਨਾਨ ਕਰਦੇ, ਕੇਸ ਧਰਤੀ ਨਾਲ ਲੱਗਦੇ। ਮਾਈ ਰਾਧਾ ਇਸ਼ਨਾਨ ਕਰਾਉਂਦੀ ਆ, ਨਾਲ ਭਾਈ ਗੁਰਮੁਖ ਸਿੰਘ ਲੱਗਦਾ। ਸਾਰੇ ਹੁਣ ਇੱਕ ਸਮਾਂ ਆ ਗਿਆ ਭਾਈ। ਸਮਾਂ ਕੀ ਆ ਗਿਆ? ਉਹ ਮਾਈ ਦਾ ਲੜਕਾ ਸੀ ਸੁੰਦਰ ਸਿੰਘ, ਉਹ ਬਿਮਾਰ ਹੋ ਗਿਆ, ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਸੰਤਾਂ ਨੂੰ ਮਾਈ ਕਹਿੰਦੀ ਜੀ ਬੱਚਾ ਬਿਮਾਰ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕ ਗੱਲ ਉੱਥੇ ਸੁਭਾਵਕ ਹੀ ਬੋਲ ਦਿੱਤਾ ਹੈ, ਕਹਿੰਦੇ ਮਾਤਾ ਜੀ ਜਿਵੇਂ ਉਹਦਾ ਹੁਕਮ ਹੈ, ਆਹ ਕਹਿ ਬੈਠੇ, ਜਿਵੇਂ ਉਹਦਾ ਹੁਕਮ ਹੈ। ਬਸ ਇੰਨੀ ਗੱਲ ਕਹਿਣ ਦੀ ਦੇਰ ਤੀ ਮਾਈ ਰਾਧਾ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮਹਾਰਾਜ ਤੁਸੀਂ ਆਹ ਗੱਲ ਕਿਉਂ ਆਖੀ? ਤੁਸੀਂ ਇਹ ਕਿਉਂ ਕਿਹਾ? ਹੁਕਮ ਵਾਲੀ ਗੱਲ ਕਿਉਂ ਕਰ ਦਿੱਤੀ? ਸੰਤ ਮਹਾਰਾਜ ਕਹਿੰਦੇ ਮਾਤਾ ਜੀ ਹੁਣ ਗੱਲਾਂ ਕਰਨ ਦਾ ਸਮਾਂ ਨਹੀਂ। ਸੁਖਮਨੀ ਸਾਹਿਬ ਦਾ ਪਾਠ ਕੀਤਾ ਸੰਤਾਂ ਨੇ, ਬੱਚੇ ਨੂੰ ਗੋਦ ਵਿੱਚ ਲੈ ਕੇ, ਗੋਦ ਵਿੱਚ ਬਿਠਾਇਆ। ਸੁਖਮਨੀ ਸਾਹਿਬ ਦਾ ਪਾਠ ਐਨਾ ਸਿਰੋਂ ਦਾ ਰੱਖਿਆ ਕੋਲੇ, ਸੁਖਮਨੀ ਸਾਹਿਬ ਦਾ ਪਾਠ ਉਹਨੂੰ ਸਰਵਣ ਕਰਾਇਆ, ਸਿਰੋਂ ਦਾ ਆਪਣੇ ਗੋਡੇ ਤੇ ਕਹਿ ਲੋ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਉਸ ਬੱਚੇ ਨੇ, ਉਸ ਬਾਲਕੇ ਨੇ ਸੰਤ ਮਹਾਰਾਜ ਦੀ ਗੋਦ ਵਿੱਚ ਹੀ ਪ੍ਰਾਣ ਤਿਆਗ ਦਿੱਤੇ। ਉਹਨੇ ਸਰੀਰ ਛੱਡਤਾ। ਮਾਈ ਲੱਗੀ ਰੋਦਨ ਕਰਨ, ਕਹਿੰਦੀ ਮਹਾਰਾਜ ਜੀ ਕੀ ਹੋਇਆ? ਸੰਤ ਮਹਾਰਾਜ ਫਿਰ ਉੱਥੇ ਕਹਿੰਦੀ ਮਾਤਾ ਜੀ ਇੱਕ ਸ਼ਬਦ ਸੁਣਾਇਆ ਉੱਥੇ, ਕਹਿੰਦੇ ਭਾਗ ਖੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਣ ਗਣੀ ਸੀਏ ਆਏ ਸਬਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕਹਿ ਹੋ ਵਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੁਰ ਮੁਖ ਲਾਈ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਕਰ ਉਪਕਾਰੀ ਆਏ। ਬਾਬਾ ਜੀ ਕਹਿੰਦੇ ਮਾਤਾ ਰਾਧਾ ਨੂੰ ਕਹਿੰਦੇ ਤੇਰੇ ਕਰਮਾਂ 'ਚ ਪੁੱਤ ਲਿਖਿਆ ਨਹੀਂ ਸੀ, ਪਰ ਤੇਰੀ ਸੇਵਾ ਬਹੁਤ ਹੈ। ਤੇਰੀ ਸੇਵਾ ਕਰਕੇ ਕੋਈ ਪਰਉਪਕਾਰੀ ਜੀਵ ਤੇਰੇ ਘਰੇ ਆ ਗਿਆ ਸੀ, ਆਪਣੀ ਮੌਜ ਵਿੱਚ ਆਇਆ ਔਰ ਆਪਣੀ ਮੌਜ ਦੇ ਵਿੱਚ ਚਲਾ ਗਿਆ।
ਮਾਤਾ ਨੂੰ ਦਿਲਾਸਾ ਦਿੱਤਾ ਹੈ, ਕਹਿੰਦੇ ਨਹੀਂ ਐਸੀ ਗੱਲ ਨਹੀਂ, ਉਹ ਤਾਂ ਆਪਣੇ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਹੀਂ ਕਿਸੈ ਤੇਰੀ ਬਾਜ ਸੱਚੇ ਨਾਹੇ। ਆਪਣੀ ਮੌਜ ਵਿੱਚ ਆਉਂਦੇ ਨੇ ਔਰ ਆਪਣੀ ਮੌਜ ਵਿੱਚ ਚਲੇ ਜਾਂਦੇ ਨੇ। ਇਹਦੇ ਨਾਲ ਹੀ ਬਿਲਕੁਲ ਇੱਕ ਸਾਖੀ ਹੋਰ ਮਹਾਂਪੁਰਸ਼ਾਂ ਦੀ, ਉਹ ਹੈ ਕਨੋਹੇ ਦੀ। ਮਾਤਾ ਭਾਗਪੁਰੀ ਦੀ ਬੜੀ ਸੇਵਾ, ਭਾਈ ਵਜੀਰ ਸਿੰਘ ਉਹਨਾਂ ਦੀ ਬਹੁਤ ਵੱਡੀ ਸੇਵਾ। ਉਹਨਾਂ ਦਾ ਵੀ ਲੜਕਾ, ਉਹਦਾ ਨਾਮ ਬੇਅੰਤ ਸੀਗਾ, ਬੇਅੰਤ ਸਿੰਘ। ਬੇਅੰਤ ਸਿੰਘ ਜਦੋਂ ਨਾ ਸੰਤ ਮਹਾਰਾਜ ਉੱਥੇ ਰਹਿੰਦੇ ਹੁੰਦੇ ਉਹਨਾਂ ਕੋਲੇ, ਬੇਅੰਤ ਸਿੰਘ ਇੱਕ ਦਿਨ ਉਹ ਵੀ ਤਬੀਅਤ ਵਿਗੜ ਗਈ ਬੇਅੰਤ ਸਿੰਘ ਦੇ ਬੱਚੇ ਦੀ, ਤੇ ਮਾਤਾ ਭਾਗਪੁਰੀ ਉਹਨੂੰ ਗੋਦ ਵਿੱਚ ਲਈ ਬੈਠੀ ਆ, ਬੱਚੇ ਨੂੰ ਆਪਣੇ ਗੋਦ ਵਿੱਚ ਲਈ ਬੈਠੀ। ਸੋ ਤੋਂ ਅਪਰਾਧ ਕਰਤਾ ਹੈ ਜੇਤੇ ਚਰਣੀ ਚੀਤ न राखस तेते, रा मैया हो बालक तेरा काहे न करस, अवगुण मेरा जी अपनो करे करताया ताकि चीत न राखस माया। बच्चा भावें किन्नियां गलतियां कर ले, मां ओदी एक भी गलती चेते नहीं रखती, सारी माफ कर देती है। दुनिया ते जे कोई माफ करदा ना बच्चे नूं, कोई करे ना करे, कोई माफ करे ना करे, पर मां एक ऐसा शब्द है बच्चे ਦੀਆਂ ਸਾਰੀਆਂ ਗਲਤੀਆਂ ਮਾਫ ਕਰ ਦਿੰਦੀ। ਇਹ ਬਾਣੀ ਦਾ ਵੀ ਬਚਨ ਹੈ। ਸੋ ਤੋਂ ਅਪਰਾਧ ਕਰਤਾ ਹੈ ਜੇਤੇ ਜਨਨੀ ਚੇਤਨਾ ਰਾਖਸ, ਤੇ ਸਾਰੀ ਭੁੱਲ ਜਾਂਦੀ ਹੈ, ਜੋ ਮਰਜ਼ੀ ਕਰਦੇ ਆ ਨਹੀਂ। ਅਨੁ ਮਾਤਾ ਭਾਗਪੁਰੀ ਦਾ ਬੱਚਾ ਬੇਅੰਤ ਸਿੰਘ ਗੋਦ ਵਿੱਚ ਬੈਠਾ ਹੈ, ਤੇ ਆਓ ਜੀ ਉਹਦੀ ਵੀ ਤਬੀਅਤ ਵਿਗੜੀ। ਸੰਤ ਮਹਾਰਾਜ ਦਾ ਪ੍ਰਸ਼ਾਦਾ ਛਕਣ ਦਾ ਸਮਾਂ ਹੋਇਆ। ਭਾਈ ਵਜੀਰ ਸਿੰਘ ਜੀ ਬੈਠ ਗਏ, ਦੋਨੇ ਬੈਠੇ ਨੇ, ਸੰਤ ਜੀ ਔਰ ਵਜੀਰ ਸਿੰਘ ਜੀ। ਮਾਤਾ ਭਾਗਪੁਰੀ ਨੂੰ ਨਾ ਜਦੋਂ ਬੱਚੇ ਨੂੰ ਗੋਦੀ ਚ ਲਈ ਬੈਠੀ ਆ, ਮਾਤਾ ਭਾਗਪੁਰੀ ਆਪਣੇ ਨੂੰ ਬੇਅੰਤ ਸਿੰਘ ਨੂੰ, ਹੁਣ ਜਿਹੜੀ ਮਾਈ ਸੀ ਭਾਗਪੁਰੀ ਉਹਦੀ ਨਣਦ ਸੀ, ਉਹਦਾ ਨਾਮ ਸੀ ਮੱਖਣੀ। ਇਤਿਹਾਸ ਵਿੱਚ ਲਿਖਿਆ ਮੱਖਣੀ ਹੈ, ਪਾਕਿਸਤਾਨ ਦੀ ਧਰਤੀ ਤੇ ਨਾਮ ਹੈ ਜੀ ਮੱਖਣੀ। ਮੱਖਣੀ ਨੇ ਆਵਾਜ਼ ਮਾਰੀ, ਮਾਤਾ ਭਾਗਪੁਰੀ ਨੂੰ ਕਹਿੰਦੀ ਪ੍ਰਸ਼ਾਦਾ ਫੜਾ ਦੋ, ਤਿਆਰ ਹੋ ਗਿਆ। ਮਾਤਾ ਭਾਗਪੁਰੀ ਅੱਗੋਂ ਬੋਲਦੇ, ਬੱਚਾ ਢਿੱਲਾ ਦੇਖੋ ਗੋਦ ਵਿੱਚ, ਕਹਿੰਦੀ ਪ੍ਰਸ਼ਾਦਾ ਚ ਤੂੰ ਹੀ ਫੜਾ ਦੇ। ਕਦੇ ਨਹੀਂ ਇਸ ਤਰ੍ਹਾਂ ਬੋਲੇ, ਸੰਤ ਸਾਹਮਣੇ ਬੈਠੇ। ਕਹਿੰਦੀ ਪ੍ਰਸ਼ਾਦਾ ਤੂੰ ਹੀ ਛਕਾ ਦੇ, ਅੱਜ ਮੈਂ ਨਹੀਂ ਛਕਾਉਣਾ। ਹੋਇਆ ਕਿ ਉਹ ਜਿਹੜਾ ਬੱਚਾ ਢਿੱਲਾ ਸੀ ਨਾ, ਜਿਹੜਾ ਬੱਚਾ ਢਿੱਲਾ ਸੀ, ਮਾਤਾ ਭਾਗਪੁਰੀ ਦੀ ਗੋਦ ਵਿੱਚ ਸਰੀਰ ਛੱਡ ਚੁੱਕਿਆ ਸੀ। ਮਾਤਾ ਗੋਦੀ ਵਿੱਚ ਲਈ ਬੈਠੀ ਹੈ, ਬੋਲੀ ਨਹੀਂ। ਕਹਿੰਦੀ ਜੇ ਮੈਂ ਬੋਲ ਵੀ ਸੰਤ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਣਾ, ਤੂੰ ਹੀ ਛਕਾ ਦੇ। ਕਹਿੰਦੀ ਪ੍ਰਸ਼ਾਦਾ ਛਕ ਲਿਆ, ਪਰ ਦੋਨਾਂ ਨੇ ਛਕਿਆ। ਹੁਣ ਸੰਤ ਜੀ ਬੋਲਦੇ ਨੇ, ਜਾਣੀ ਜਾਣ ਮਹਾਂਪੁਰਸ਼ਾਂ, ਕਹਿੰਦੇ ਮਾਤਾ ਜੀ ਕਾਕੇ ਦਾ ਕੀ ਹਾਲ ਹੈ? ਇੰਨੀ ਗੱਲ ਕਹੀ। ਮਾਤਾ ਭਾਗਪੁਰੀ ਉੱਠੀ, ਬੱਚੇ ਨੂੰ ਚੱਕ ਕੇ ਸੰਤ ਮਹਾਰਾਜ ਦੇ ਸਾਹਮਣੇ ਲੰਮਾ ਪਾਤਾ। ਕਹਿੰਦੇ ਮਹਾਰਾਜ ਛੋਟੀ ਆ, ਤੁਸੀਂ ਜਾਓ ਆਪ। ਸੰਤ ਮਹਾਰਾਜ ਨੇ ਦੇਖਿਆ ਬੱਚਾ ਸਰੀਰ ਛੱਡ ਚੁੱਕਿਆ ਸੀ। ਫਿਰ ਸੰਤ ਮਹਾਰਾਜ ਉੱਚੀ ਆਵਾਜ਼ ਵਿੱਚ ਕਹਿੰਦੇ, ਭਾਈ ਇਹਨੂੰ ਕਹਿੰਦੇ ਨੇ ਸਿੱਖੀ, ਇਹਨੂੰ ਕਹਿੰਦੇ ਨੇ ਸੇਵਾ। ਬੱਚੇ ਦੇ ਪ੍ਰਾਣ ਚਲੇ ਗਏ, ਸੀ ਨਹੀਂ ਕੀਤੀ, ਪਰ ਸੇਵਾ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਤੇਰੀ ਸਿੱਖੀ, ਧੰਨ ਤੇਰੇ ਸਿੱਖਵਾਨ ਸਿੱਖ। ਉਹ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਹੈ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਹੈ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ,
ਬੋਧ ਵਿੱਚ ਲੈ ਕੇ ਸੰਤ ਮਹਾਰਾਜ ਦਾ ਇੰਨਾ ਪਿਆਰ, ਇੰਨਾ ਸਤਿਕਾਰ। ਕਹਿੰਦੇ ਜੀ ਅਸੀਂ ਰੌਲਾ ਪਾਤਾ ਨਾ, ਇਹ ਗੱਲ ਦੀ ਥੋੜੀ ਜਿਹੀ ਭਾਵ ਵੀ ਕੱਢ ਕੇ ਸੰਤਾਂ ਨੇ ਪ੍ਰਸ਼ਾਦਾ ਨਹੀਂ ਛਕਣਾ, ਬੋਧ ਵਿੱਚ ਲੈ ਕੇ ਬੈਠੇ ਰਹੇ। ਆਓ ਜੀ, ਉਸੇ ਪਰਿਵਾਰ ਵਿੱਚ ਭਾਈ ਵਜ਼ੀਰ ਸਿੰਘ ਮਾਤਾ ਭਾਗਵਤੀ ਦੇ ਘਰ ਵਾਲੇ, ਉਹਨਾਂ ਦੇ ਘਰੋਂ ਸੀ ਜਿਹੜੇ ਗੁਰਮੁਖ ਬੰਦੇ ਸੀ ਬਹੁਤ ਜ਼ਿਆਦਾ। ਗੁਰਬਾਣੀ ਦੇ ਵਿੱਚ ਮਹਾਰਾਜ ਦਾ ਬਚਨ ਆਉਂਦਾ ਹੈ, ਕਹਿੰਦੇ ਭਾਈ ਰੋਣਾ ਨਹੀਂ ਚਾਹੀਦਾ। ਰੋਣ ਵਾਲਿਆਂ ਦਾ ਇੱਕ ਪੂਰਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਉਹਦੇ ਚ 14-15 ਬੰਦਿਆਂ ਦੇ ਨਾਮ ਲਿਖੇ ਨੇ ਜਿਹੜੇ ਰੋਏ, ਬੇਅੰਤ ਦੇ ਨਾਮ ਲਿਖਤੇ ਜਿਹੜੇ ਰੋਏ। ਸਰਦਾਰ ਨੇ ਇੰਦਰ ਰਵਾਇਆ, ਪਰ ਸਾਗ ਰੋਵੇ ਘਰ ਆਇਆ, ਅਜੇ ਸੁਰ ਹੋਵੇ ਪਿੱਖਿਆ ਖਾਏ, ਐਸੀ ਦਰਜਾ ਮਿਲਿਆ ਸੀ। ਰੋਵੇ ਰਾਮ ਨਿਕਾਲਾ ਭਇਆ, ਸੀਤਾ ਨਕੁਲ ਵਿਛੜ ਗਿਆ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸੋਨੀ ਰਹਿ ਤਬ। ਬੜਾ ਮਹਾਰਾਜ ਨੇ ਰੋਣ ਜਨਮੇਜੇ ਦੀ ਗੱਲ ਕਰ ਦਿੱਤੀ, ਗਿਆਨਵਾਨ ਪੰਡਤ ਦੀ ਗੱਲ ਕਰ ਦਿੱਤੀ, ਅਖੀਰ ਤੇ ਜਾ ਕੇ ਕਹਿ ਦਿੱਤਾ ਬਾਲੀ ਰੋਵੇ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਰੋਣ ਵਾਲਿਆਂ ਦਾ ਜ਼ਿਕਰ ਕੀਤਾ ਮਹਾਰਾਜ। ਹੁਣ ਮੈਂ ਇੱਕ ਖਿਵਾ ਮੰਗ ਕੇ ਆਪ ਜੀ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਬੈਰਾਗ ਵਿੱਚ ਤਾਂ ਸੰਤ ਮਹਾਰਾਜ ਦੇ ਨੇਤਰਾਂ ਚ ਜਲ ਅਕਸਰ ਆ ਜਾਂਦਾ ਸੀ। ਬੈਰਾਗ ਵਿੱਚ ਜਦੋਂ ਬਾਣੀ ਪੜ੍ਹਦੇ ਚੌਕੜਾ ਮਾਰਿਆ ਹੁੰਦਾ, ਜਲ ਆ ਹੀ ਜਾਂਦਾ ਸੀ। ਕਈ ਗੁਰਸਿੱਖਾਂ ਦੇ ਗੁਰਮੁਖਾਂ ਦੇ ਵੀ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਬਾਣੀ ਜੁੜ ਕੇ ਪੜ੍ਹਦੇ ਨੇ। ਜਪਜੀ ਸਾਹਿਬ ਦਾ ਪਾਠ ਕਰ ਲਓ, ਸਿਮਰਨ ਕਰ ਲਓ, ਨੇਤਰਾਂ 'ਚ ਜਲ ਆ ਜਾਂਦਾ। ਹੁਣ ਸੰਤ ਜੀ ਮਹਾਰਾਜ ਦੀ ਜ਼ਿੰਦਗੀ 'ਚ ਇੱਕ ਐਸਾ ਸਮਾਂ ਆਇਆ ਭਾਈ, ਸੰਤ ਮਹਾਰਾਜ ਅੱਜ ਵਿਛੋੜੇ ਵਿੱਚ ਰੋਏ, ਅੱਖਾਂ 'ਚ ਪਾਣੀ ਆ ਗਿਆ। ਭਾਈ ਵਜ਼ੀਰ ਸਿੰਘ ਮਾਤਾ ਭਾਗਪੁਰੀ ਦੇ ਘਰੋਂ ਕਨੋਹੇ ਦੀ ਧਰਤੀ, ਬੜੀ ਸੇਵਾ ਕੀਤੀ ਹੈ ਉਹਨਾਂ ਨੇ। ਉੱਥੇ ਉਸ ਧਰਤੀ ਤੇ ਮਹਾਰਾਜ ਨੇ ਕੱਲਿਆਂ ਨੇ ਖੰਡ ਪਾਠ ਕੀਤਾ ਸੀ। ਕਨੋਹੇ ਕੱਲਿਆਂ ਦੇ ਖੰਡ ਪਾਠ ਸਾਹਿਬ, ਛੋਟੀ ਗੱਲ ਨਹੀਂ। ਦੇਖੋ ਖੰਡ ਪਾਠ ਸਾਹਿਬ ਪ੍ਰਕਾਸ਼ ਵਿੱਚ ਕਿਵੇਂ 2-2 ਘੰਟੇ ਬਾਅਦ ਸਾਡੇ ਪਾਠੀ ਸਿੰਘ ਤਬਦੀਲ ਹੁੰਦੇ ਨੇ, ਇਹ ਚਲੇ ਜਾਂਦੇ ਨੇ, ਹੋਰ ਆ ਜਾਂਦੇ ਨੇ, 2-2 ਘੰਟੇ ਦਾ ਸਮਾਂ। ਪਰ ਤੁਸੀਂ ਅੰਦਾਜ਼ਾ ਲਗਾਓ, ਜੇ ਕਿਸੇ ਇਨਸਾਨ ਦੇ ਰੂਪ ਵਿੱਚ, ਮਨੁੱਖ ਦੇ ਰੂਪ ਵਿੱਚ ਕਿਨੇ 48 ਘੰਟੇ ਲਗਾਤਾਰ ਬੈਠ ਕੇ ਉੱਠਣਾ, ਜੇ ਉੱਠਣਾ ਤਾਂ ਬਸ 10-20 ਮਿੰਟ ਉੱਠ ਕੇ ਉੱਥੇ ਹੀ ਪਾਠ ਫੇਰ ਸ਼ੁਰੂ ਕਰ ਲੈਣਾ। ਕਿਸੇ ਦੀ ਡਿਊਟੀ ਲਾਤੀ, ਕੋਲੇ ਛੈਣੇ ਰੱਖ ਲੈ, ਕਹਿੰਦੇ ਖੜਕਾਵਾਂਗੇ ਆ ਜੀ ਮੇਰੇ ਕੋਲੇ। ਸ਼ਾਮ ਦਾ ਸਵੇਰੇ ਪ੍ਰਕਾਸ਼ ਹੋਏ, ਸ਼ਾਮ ਹੋਈ, ਮਹਾਰਾਜ ਨੇ ਛੈਣੇ ਖੜਕਾ ਦਿੱਤੇ। ਇਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ 'ਚ ਸਾਈਡ ਤੇ ਪੈਰ ਨੀਚੇ ਪਏ, ਪ੍ਰੇਮੀ ਆਇਆ, ਉਹਨੂੰ ਪਾਠ ਦੇ ਦਿੱਤਾ। ਭਾਈ ਇੱਥੇ ਤੱਕ ਪਹੁੰਚ ਗਏ, ਇੱਥੋਂ ਤੂੰ ਸ਼ੁਰੂ ਕਰ। ਉਹਨੇ ਸ਼ੁਰੂ ਕਰ ਲਿਆ। ਥੋੜੀ ਦੇਰ ਬਾਅਦ 10-20 ਮਿੰਟ ਬਾਅਦ ਸੰਤ ਮਹਾਰਾਜ ਉੱਠੇ। ਉੱਠਣ ਤੋਂ ਬਾਅਦ ਉੱਥੇ ਹੀ ਪਾਠ ਫਿਰ ਸ਼ੁਰੂ ਕਰ ਲਿਆ। ਸਾਰੀ ਰਾਤ ਗਈ, ਸਵੇਰੇ ਫਿਰ ਉੱਠੇ, ਇਸੇ ਤਰ੍ਹਾਂ ਸਾਰਾ ਦਿਨ ਗਿਆ। ਦੂਜੀ ਰਾਤ ਵੀ ਗਈ। ਤੀਸਰੇ ਦਿਨ ਸਵੇਰੇ 4 ਵਜੇ ਮਾਤਾ ਭਾਗਪੁਰੀ ਨੂੰ ਕਹਿੰਦੇ ਮਾਤਾ ਜੀ ਭੋਗ ਤਾਂ ਸਵੇਰੇ 4 ਵਜੇ ਪੈ ਜੂ। ਫਿਰ ਮਾਈ ਨੇ ਹੱਥ ਜੋੜੀ, ਮਹਾਰਾਜ 4 ਵਜੇ ਸੰਗਤ ਨੇ ਨਹੀਂ ਆਉਣਾ, ਤੁਸੀਂ ਭੋਗ ਲੇਟ ਕਰਦੇ ਹੋ ਥੋੜਾ ਜਿਹਾ। ਫਿਰ ਬਾਬਾ ਜੀ ਪਾਠ ਬਹੁਤ ਹੌਲੀ ਹੌਲੀ ਐ ਬੜਾ ਧੀਮੀ ਚਾਲ ਵਿੱਚ ਕਰਦੇ ਥੋੜਾ ਜਿਹਾ ਦਿਨ ਚੜ ਗਿਆ, ਸੰਗਤ ਦੇ ਪਹੁੰਚਣ ਦਾ ਸਮਾਂ ਬਣ ਗਿਆ। ਉਹ ਧਰਤੀ ਕਨੋਹੇ ਦੀ ਭਾਈ ਵਜ਼ੀਰ ਸਿੰਘ ਜੀ ਮਾਤਾ ਭਾਗਪੁਰੀ ਦੇ ਘਰੋਂ, ਉਹਨਾਂ ਦਾ ਭਾਈ ਦੁਨੀਆ ਤੋਂ ਜਾਣ ਦਾ ਸਮਾਂ ਆ ਗਿਆ, ਬਜ਼ੁਰਗਾਂ ਦਾ।
ਪਿਆਰ ਬਹੁਤ ਸੀ ਸੰਤਾਂ ਦਾ। ਉੱਥੇ ਇੱਕ ਨਗਰ ਹੈ ਦੋ ਭੇਰਨ ਪਾਕਿਸਤਾਨ ਦੀ ਧਰਤੀ ਤੇ ਕਲੋਹੇ ਦੇ ਕੋਲ ਹੈ। ਸੰਤ ਉੱਥੇ ਦੇ ਹੋਏ ਸੀ। ਧਿਆਨ ਦੇ ਕੇ ਸੁਣਿਓ ਤੁਸੀਂ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਇੱਕ ਵਾਰੀ ਨਹੀਂ ਕਈ ਵਾਰੀ ਹੋਏ ਨੇ ਸੰਤਾਂ ਨੂੰ। ਉੱਥੇ ਕਲਗੀਧਰ ਪਾਤਸ਼ਾਹ ਪੰਜ ਪਿਆਰੇ ਨਾਲ ਸੰਤ ਤੇਜਾ ਸਿੰਘ ਜੀ ਨੇ ਲਿਖੀ ਇਹ ਗੱਲ ਸਾਰੇ, ਜਿਹਨਾਂ ਦਾ ਆਪਾਂ ਸ਼ੁਰੂ ਚ ਜ਼ਿਕਰ ਕੀਤਾ। ਸੰਤ ਮਹਾਰਾਜ ਨੂੰ ਦਰਸ਼ਨ ਹੋਏ, ਘੋੜੇ ਤੇ ਚੜੇ ਹੋਏ ਨੇ ਗੁਰੂ ਸਾਹਿਬ, ਪੰਜ ਪਿਆਰੇ ਨਾਲ ਨੇ। ਕਹਿੰਦੇ ਸੰਤਾਂ ਨੂੰ, ਕਹਿੰਦੇ ਅਸੀਂ ਸਭੇ ਪ੍ਰੇਮੀ ਨੂੰ ਲੈਣ ਚੱਲੇ ਆ। ਸੰਤਾਂ ਨੂੰ ਕਹਿੰਦੇ ਤੁਹਾਡੇ ਸੇਵਕ ਨੂੰ ਲੈਣ ਚੱਲੇ। ਭਾਈ ਵਜੀਰ ਸੋਹਰਾ ਦੀ ਗੱਲ। ਸੰਤ ਉਸੇ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਕੀਤਾ ਹੈ ਔਰ ਉਸੇ ਸਮੇਂ ਫਟਾਫਟ ਬੜੀ ਤੇਜ਼ੀ ਨਾਲ ਕਲੋਹੇ ਪਹੁੰਚ ਗਏ। ਵਜੀਰ ਸੋਹਰੇ ਘਰੇ ਪਹੁੰਚ ਗਏ, ਸਮਝ ਕੇ ਵੀ ਉਹਨੂੰ ਜਾਣਾ ਹੀ ਹੈ। ਜਦੋਂ ਮਹਾਰਾਜ ਦੇ ਦਰਸ਼ਨ ਹੋਏ, ਸਾਰੀ ਗੱਲ ਹੋਈ ਵੀ ਹੁਣ ਵਜੀਰ ਸਿੰਘ ਨੂੰ ਤਾਂ ਭਾਈ ਜਾਣਾ ਹੀ ਪੈਣਾ, ਉਹਦਾ ਸਮਾਂ ਆ ਗਿਆ। ਗੁਰਮੁਖ ਜਨਮ ਸਵਾਰ ਦਰਗਾਹ ਚ ਸੱਚੀ ਦਰਗਾਹ ਜਾਏ ਸੱਚਾ ਪਿੜ ਮੰਨੇ। ਗੁਰਮੁਖ ਭੋਜਨ ਭਾਓ ਚਾਉ ਅਲਲਿਆ, ਗੁਰਮੁਖ ਨਿਸ਼ਚਲ ਚਿੱਤ ਨਾ ਹੱਲਿਆ, ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਗੁਰਮੁਖ ਸੱਚ ਅਲਾਓ ਭਲੀ ਨੂੰ ਭਲਿਆ, ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਗੁਰਮੁਖਾਂ ਨੂੰ ਜਦੋਂ ਭੇਜਿਆ ਜਾਂਦਾ, ਡਿਊਟੀ ਲੱਗ ਜਾਂਦੀ, ਆ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਬੁਲਾਉਂਦੇ ਨੇ ਵੀ ਆ ਜਾਓ ਤੁਹਾਡੀ ਡਿਊਟੀ ਪੂਰੀ ਹੋ ਗਈ, ਉਦੋਂ ਸੰਸਾਰ ਚੋਂ ਸਰੀਰ ਛੱਡ ਕੇ ਚਲੇ ਜਾਂਦੇ। ਸੰਤ ਜੀ ਪਹੁੰਚ ਗਏ ਭਾਈ ਕਲੋਹੇ। ਜਦੋਂ ਕਲੋਹੇ ਪਹੁੰਚੇ ਮਹਾਂਪੁਰਸ਼ ਵਜੀਰ ਸਿੰਘ ਦੀ ਤਬੀਅਤ ਠੀਕ ਨਹੀਂ ਹੈ ਤੇ ਮੈਂ ਖਿਮਾਵਾਂ ਵੀ ਕੇ ਕਹਿਣਾ, ਸੰਤ ਮਹਾਰਾਜ ਦਾ ਚਿਹਰਾ ਵੀ ਅੱਜ ਉਦਾਸ ਹੋ ਗਿਆ। ਅੱਜ ਚਿਹਰਾ ਅੱਗੇ ਨਾਲੋਂ ਫਰਕ ਹੈ ਸੰਤਾਂ ਦੇ ਨਾਲ, ਉਦਾਸੀ ਵਿੱਚ ਨੇ, ਕਿਉਂਕਿ ਕਿਸੇ ਨੇ ਜਾਣਾ ਹੈ, ਕੋਈ ਵਿਛੋੜਾ ਪੈਣਾ ਹੈ, ਕੋਈ ਪਿਆਰਾ ਛੱਡ ਕੇ ਜਾ ਰਿਹਾ ਭਾਈ, ਉਦਾਸੀ ਹੋਈ ਜਾਂਦੀ। ਸੰਤ ਕਹਿੰਦੇ ਕੀ ਹਾਲ ਹੈ ਵਜੀਰ ਸਿੰਘ ਦਾ? ਮਾਤਾ ਜੀ ਕਹਿੰਦੇ ਜੀ ਬੁਖਾਰ ਚੜ੍ਹਦਾ ਬਹੁਤ ਜ਼ਿਆਦਾ, 4 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ। ਦੇਖੋ ਉਧਰ ਭਾਈ ਵਜੀਰ ਸਿੰਘ ਨੇ 4 ਦਿਨ ਪ੍ਰਸ਼ਾਦਾ ਨਹੀਂ ਛਕਿਆ, ਉਧਰ ਸੰਤ ਬਾਬਾ ਆਤਰ ਸਿੰਘ ਜੀ ਨੇ ਵੀ 4 ਦਿਨ ਪ੍ਰਸ਼ਾਦਾ ਨਹੀਂ ਛਕਿਆ। 5ਵਾਂ ਦਿਨ ਆ ਗਿਆ। ਫਿਰ ਮਾਤਾ ਭਾਗਵਤੀ ਨੇ ਬੇਨਤੀ ਕੀਤੀ ਭਾਈ ਵਜੀਰ ਸਿੰਘ ਨੂੰ, ਆਪਣੇ ਪਤੀ ਪਰਮੇਸ਼ਰ ਕਹਿੰਦੇ ਜੀ ਸੰਤ ਵੀ ਨਹੀਂ ਛਕਦੇ, ਤੁਸੀਂ ਤਾਂ ਛਕ ਲਓ, ਤੁਸੀਂ ਥੋੜਾ ਜਿਹਾ ਛਕ ਲਓ, ਇਹ ਵੀ ਛਕ ਲੈਣਗੇ, ਭੁੱਖੇ ਬੈਠੇ ਨੇ, ਤੁਸੀਂ ਤਾਂ ਬਿਮਾਰ ਹੋ ਨਹੀਂ ਛਕਦੇ। 7ਵਾਂ ਅੰਤ ਚ ਨਹੀਂ ਛਕ ਰਹੇ। ਫਿਰ 5ਵੇਂ ਦਿਨ ਇੱਕ ਪ੍ਰਸ਼ਾਦਾ ਸੰਤਾਂ ਨੇ ਜਦੋਂ ਲਿਆ, ਅੱਧਾ ਤੋੜਿਆ, ਅੱਧਾ ਦਿੱਤਾ ਵਜੀਰ ਸਿੰਘ ਨੂੰ, ਅੱਧਾ ਮਹਾਰਾਜ ਨੇ ਆਪ ਛਕਿਆ, ਅੱਧਾ ਉਹਨੂੰ ਛਕਾਇਆ, ਅੱਧਾ ਦਾ ਛਕ ਲਿਆ, ਅੱਧਾ ਦਾ ਪ੍ਰਸ਼ਾਦਾ ਛਕ ਲਿਆ। ਸੰਤ ਆਪਣੇ ਸਥਾਨ ਤੇ ਚਲੇ ਗਏ। ਮਗਰੋਂ ਵਜੀਰ ਸਿੰਘ ਦੀ ਤਬੀਅਤ ਹੋਰ ਖਰਾਬ ਹੋ ਗਈ। ਸੁਨੇਹਾ ਭੇਜਿਆ, ਕਹਿੰਦੇ ਆ ਜਾਓ ਮਹਾਰਾਜ ਸ਼ਰਦੀ ਆ ਜਾਓ। ਵਜੀਰ ਸਿੰਘ ਕਹਿੰਦਾ ਬੁਲਾ ਦੋ ਸੰਤਾਂ ਨੂੰ, ਮੈਂ ਤਾਂ ਗਿਆ, ਬੁਲਾ ਲਓ, ਕਹਿੰਦਾ ਸੰਤਾਂ। ਜਿਹੜਾ ਪ੍ਰੇਮੀ ਬੁਲਾਉਣ ਗਿਆ, ਸੰਤ ਕਹਿੰਦੇ ਕੁਝ ਨਹੀਂ ਹੁੰਦਾ, ਜੇ 2 ਘੰਟੇ ਦੀ ਉਮਰ ਹੋਰ ਬਾਕੀ ਹੈ, 2 ਘੰਟੇ ਨਹੀਂ ਜਾਂਦਾ, ਜੇ ਮੈਂ ਹੌਲੀ ਆਉ, ਚਲੋ ਤੁਸੀਂ, ਮੈਂ ਆਪੇ ਆ ਜਾਊ। ਖੈਰ ਸੰਤਾਂ ਨੇ ਕੇਸੀ ਇਸ਼ਨਾਨ ਕੀਤਾ। ਮਹਾਂਪੁਰਸ਼ਾਂ ਨੇ ਕੇਸੀ ਇਸ਼ਨਾਨ ਕਰਨ ਦਾ ਵੀ ਕੋਈ ਮਤਲਬ ਸੀ। ਕਿਸੇ ਨੂੰ ਮਹਾਰਾਜ ਨੇ ਸੱਚਖੰਡ ਤੋਰਨਾ ਸੀ। ਸਰੀਰ ਦੀ ਕਿਰਿਆ ਬਿਲਕੁਲ ਸ਼ੁੱਧ। ਕੇਸੀ ਇਸ਼ਨਾਨ ਕਰਕੇ ਆ ਗਏ ਵਜੀਰ ਸਿੰਘ ਦੇ ਘਰੇ। ਹੁਣ ਸਾਧ ਸੰਗਤ ਜੀ ਆ ਬਚਨ ਸੁਣਿਓ, ਬੜੇ ਬਹਿਰਾਲ ਵਾਲੇ ਬਚਨ ਨੇ। ਵਜੀਰ ਸਿੰਘ ਕਹਿੰਦਾ ਭਾਈ ਪਰਿਵਾਰ ਵਾਲਿਆਂ ਨੂੰ, ਕਹਿੰਦਾ ਮੇਰਾ ਜਿਹੜਾ ਬਿਸਤਰਾ ਥੱਲੇ ਵਿਛਾ ਦੋ ਧਰਤੀ ਤੇ। ਪਰਿਵਾਰ ਕਹਿੰਦੇ ਸੁੱਖੀ ਸਾਂਦੀ ਕਿਉਂ ਸਾਡਾ ਬਿਸਤਰਾ ਅਸੀਂ ਧਰਤੀ ਤੇ ਵਿਛਾਈਏ? ਉਹ ਕਹਿੰਦਾ ਨਹੀਂ ਭਾਈ, ਮੇਰਾ ਬਿਸਤਰਾ ਥੱਲੇ ਵਿਛਾ ਦੋ, ਸੰਤ ਬਾਬਾ ਅਤਰ ਸਿੰਘ ਜੀ ਆ ਰਹੇ ਨੇ, ਉਹਨਾਂ ਨੇ ਆ ਕੇ ਗੁਰਬਾਣੀ ਦੇ ਸ਼ਬਦ ਪੜ੍ਹਨੇ ਨੇ, ਮੈਂ ਮੰਜੇ ਤੇ ਪਿਆ ਹੂੰ, ਸੰਤ ਨੀਚੇ ਬੈਠੇ ਹੋਣਗੇ, ਮੈਨੂੰ ਧਰਤੀ ਤੇ ਲੰਮਾ ਪਾ ਦੋ, ਧਰਤੀ ਤੇ ਲੰਮਾ ਪਾ ਦੋ। ਸੰਤ ਜੀ ਆ ਗਏ। ਜਦੋਂ ਸੰਤ ਮਹਾਰਾਜ ਆਏ,
ਵਜ਼ੀਰ ਸਿੰਘ ਨੇ ਇੱਕ ਬੇਨਤੀ ਕੀਤੀ, ਕਹਿੰਦੇ ਮਹਾਰਾਜ ਮੇਰਾ ਦਿਲ ਕਰਦਾ ਹੈ ਮੈਂ ਆਪਣਾ ਸਰੀਰ ਤੁਹਾਡੀ ਗੋਦ ਵਿੱਚ ਤਿਆਗਾਂ, ਆਪਣੇ ਪ੍ਰਾਣਾਂ ਦਾ ਤਿਆਗ ਤੁਹਾਡੀ ਗੋਦ ਵਿੱਚ ਕਰਦਾ। ਜਦੋਂ ਅਸਥਾਨ ਤੇ ਆਉਂਦੇ ਆ ਨਾ ਕੀਰਤਨ ਕਰਨ ਵਾਸਤੇ, ਕੀ ਕਰਨ ਕਿਤੇ ਹਾਜ਼ਰੀ ਲਵਾਉਣ, ਤਾਂ ਮੇਰੀ ਇੱਕ ਗੱਲ ਅਕਸਰ ਯਾਦ ਆਉਂਦੀ ਹੈ। ਇੱਥੇ ਆ ਕੇ ਜਦੋਂ ਇਸ ਸਥਾਨ ਤੇ ਆ ਕੇ ਅੰਦਰ ਦਾਖਲ ਹੋਣੇ ਆ ਨਾ ਗੇਟ ਦੇ, ਜ਼ਰੂਰ ਇਹ ਖਿਆਲ ਆ ਜਾਂਦਾ ਹੈ ਇਹ ਉਹ ਸਥਾਨ ਹੈ ਭਾਈ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ। ਕਿੱਥੇ ਕਿੱਥੇ ਦੇਖੋ, ਪਾਕਿਸਤਾਨ ਦੀ ਧਰਤੀ, ਰਾਵਲਪਿੰਡੀ, ਕੱਲਰ ਕਨੋਹਾ, ਕਿੱਥੇ ਆਪਣੇ ਇਧਰ ਕਸ਼ਮੀਰ ਸਾਈਡ ਵੀ ਮਹਾਂਪੁਰ ਚਲੇ ਗਏ, ਹੈਦਰਾਬਾਦ ਚਲੇ ਗਏ, ਇਧਰ ਕਿੱਥੇ ਕਿੱਥੇ ਤੱਕ ਮੈਂ ਕਹਾਂ ਬੜੀ ਦੂਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਰੇ ਭਰਮਣ ਕਰਕੇ ਚੱਕਰ ਲਗਾ ਕੇ ਜਦੋਂ ਸਰੀਰ ਛੱਡਣ ਦਾ ਸਮਾਂ ਆਇਆ, ਉਦੋਂ ਗੁਰਦੁਆਰਾ ਜੋਤੀ ਸਰੂਪ ਸੰਗਰੂਰ ਦੀ ਚੋਣ ਕਰ ਲਈ। ਕਹਿੰਦੇ ਸਰੀਰ ਇੱਥੇ ਛੱਡਣਾ। ਇਸ ਸਥਾਨ ਦੀ ਮਹੱਤਤਾ ਹੈ ਜੀ। ਇੱਥੇ ਸੰਤ ਬਾਬਾ ਅਤਰ ਸਿੰਘ ਜੀ ਨੇ ਸਰੀਰ ਛੱਡਿਆ ਭਾਈ ਆਪਣਾ, ਇਸ ਸਥਾਨ ਦੀ ਗੋਦ ਵਿੱਚ ਸਰੀਰ ਛੱਡਿਆ। ਭਾਈ ਮਹਾਂ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਸਰੀਰ ਛੱਡਿਆ। ਖਦਰਾਣੇ ਦੀ ਢਾਬ ਤੇ ਸੰਤਾਂ ਨੇ ਇਸ ਸਥਾਨ ਤੇ ਸਰੀਰ ਛੱਡਿਆ, ਗੁਰਦੁਆਰਾ ਜੋਤੀ ਸਰੂਪ ਸੰਗਰੂਰ। ਔਰ ਭਾਈ ਵਜ਼ੀਰ ਸਿੰਘ ਜੀ ਕਹਿੰਦੇ ਮਹਾਰਾਜ ਮੈਂ ਤੁਹਾਡੀ ਗੋਦ ਵਿੱਚ ਸਰੀਰ ਛੱਡਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਕੋਈ ਨਹੀਂ, ਜਿਹੜੇ ਬੁੱਕਲ ਚ ਲੈ ਲੈ ਪਏ ਸੀ ਲੰਮੇ ਪਾਲੇ ਸੀਸ ਚੱਕ ਕੇ ਆਪਣੇ ਮਹਾਰਾਜ ਨੇ ਬੁੱਕਲ ਚ ਲੈ ਗਏ। ਹੁਣ ਭਾਈ ਵਜ਼ੀਰ ਸਿੰਘ ਜੀ ਨੇ ਇੱਕ ਬੇਨਤੀ ਹੋਰ ਕਰਤੀ। ਬੇਹੋਸ਼ੀ ਦੀ ਹਾਲਤ ਵਾਲਾ ਬੋਲਿਆ ਨਹੀਂ ਸੀ ਜਾਂਦਾ, ਐ ਹੱਥ ਦੇ ਇਸ਼ਾਰੇ ਨਾਲ ਨਾ ਐ ਹੱਥ ਕਰਦਾ। ਕਹਿੰਦਾ ਮਹਾਂਪੁਰਸ਼ੋ, ਬਾਬਾ ਅਤਰ ਸਿੰਘ ਜੀ ਨੂੰ ਕਹਿੰਦਾ ਮਹਾਂਪੁਰਸ਼ੋ ਤੁਹਾਡਾ ਚਰਨ ਕਿੱਥੇ ਹੈ? ਗੋਦੀ ਚ ਪਿਆ ਪਿਆ। ਕਹਿੰਦਾ ਤੁਹਾਡਾ ਚਰਨ ਕਿੱਥੇ ਹੈ ਮਹਾਰਾਜ? ਮੈਨੂੰ ਤੁਹਾਡਾ ਚਰਨ ਐ ਮੇਰੇ ਹੱਥ ਬਸ ਸਪਰਸ਼ ਕਰਾ ਦਿਓ, ਹੁਣ ਮੈਂ ਚੱਲਿਆ। ਸੰਤ ਮਹਾਰਾਜ ਨੇ ਆਪਣੇ ਚਰਨ ਅੱਗੇ ਕਰਤਾ। ਭਾਈ ਵਜ਼ੀਰ ਸਿੰਘ ਨੇ ਚਰਨ ਪਕੜਿਆ ਸੰਤਾਂ ਦਾ, ਐਸਾ ਚਰਨ ਪਕੜਿਆ ਜ਼ੋਰ ਨਾਲ, ਦੋਨੇ ਹੱਥਾਂ ਨਾਲ ਹੀ ਬੇਨਤੀ ਕੀਤੀ। ਕਹਿੰਦੇ ਹੁਣ ਮਹਾਰਾਜ ਚਰਨ ਫੜਾਇਆ, ਜਿਉਂਦੇ ਨੂੰ ਸਾਰੀ ਉਮਰ ਸਾਰੀ ਜ਼ਿੰਦਗੀ ਆਉਣ ਵਾਲਾ ਸਮਾਂ ਕਿਰਪਾ ਕਰਕੇ ਮੈਨੂੰ ਚਰਨਾਂ 'ਚ ਰੱਖਿਓ। ਹੁਣ ਚਰਨਾਂ 'ਚ ਰੱਖਿਓ ਮਹਾਰਾਜ, ਛੱਡਿਓ ਨਾ। ਫਿਰ ਸੰਤ ਮਹਾਰਾਜ ਕਹਿੰਦੇ ਵਜ਼ੀਰ ਸਿਆ ਅਸੀਂ ਤੇਰੇ ਅੰਗ ਸੰਗ ਰਹਾਂਗੇ ਭਾਈ, ਬੇਫਿਕਰ ਹੋ ਜਾ। ਦੁਨੀਆ ਦੇ ਫੁਰਨੇ ਛੱਡ ਦੇ, ਸਭ ਦਾ ਪਿਆਰ ਛੱਡ ਦੇ, ਸਭ ਦਾ ਮੋਹ ਛੱਡ ਦੇ। ਜਿੱਥੇ ਅਸਾਂ ਪਏ ਉੱਥੇ ਜਾਣਾ, ਜਿੱਥੇ ਜਾਣਾ ਉਧਰ ਸੁਰਤੀ ਜੋੜਨਾ ਆਪਣੀ। ਇਹ ਤੇਰੇ ਕੁਛ ਨਹੀਂ ਲੱਗਦੇ, ਐਨਾ ਹੀ ਸੰਬੰਧ ਸੀ, ਬਸ ਟੁੱਟ ਗਿਆ ਨਾਤਾ, ਟੁੱਟ ਗਿਆ ਰਿਸ਼ਤਾ ਆਪਣਾ। ਸਿਰਫ ਵੀ ਕਹਿਣ ਦੀ ਗੱਲ, ਕੌਣ ਕਾਕੀ ਮਾਈ ਕਾਕੋ ਬਾਪ, ਨਾਮ ਧਰੀਕ ਝੂਠੇ ਸਭ ਸਾਥ, ਨਾਮ ਧਰੀਕ ਨਾਮ ਮਤਰੀ ਰਿਸ਼ਤੇ ਨੇ। ਸੰਤਾਂ ਨੇ ਐਸਾ ਉਪਦੇਸ਼। ਕਹਿੰਦੇ ਵਜ਼ੀਰ ਸਿਆ ਹੁਣ ਭਾਈ ਧਿਆਨ ਜੋੜਦਾ ਹੈ। ਧਿਆਨ ਜੋੜਿਆ, ਵਜ਼ੀਰ ਸਿੰਘ ਨੇ ਸਰੀਰ ਛੱਡ ਦਿੱਤਾ ਹੈ। ਅੰਤਮ ਇਸ਼ਨਾਨ ਕਰਾਇਆ ਗਿਆ, ਸਰੀਰ ਰੱਖ ਦਿੱਤਾ ਗਿਆ। ਧਿਆਨ ਦੇ ਕੇ ਸੁਣਿਓ, ਬਿਰਤੀ ਇੱਧਰ ਨਾ ਲੈ ਕੇ ਜਾਇਓ। ਵਜ਼ੀਰ ਸਿੰਘ ਦਾ ਸਰੀਰ ਪਿਆ ਭਾਈ ਇਸ਼ਨਾਨ ਤੋਂ ਬਾਅਦ। ਸੰਤ ਮਹਾਰਾਜ ਬੈਠੇ ਨੇ ਸੰਗਤ ਵਿੱਚ, ਸਾਰੀ ਸੰਗਤ ਨੇ ਚਰਨਾਂ ਨੂੰ ਹੱਥ ਲਾਏ। ਜੋ ਆਪਣੇ ਰਿਵਾਜ ਹੈ, ਜਿਸ ਤਰ੍ਹਾਂ ਆਪਾਂ ਕਰਦੇ ਮ੍ਰਿਤਕ ਪ੍ਰਾਣੀ ਨੂੰ ਨਮਸਕਾਰ ਕਰ ਦਿੰਦੇ ਨੇ, ਸਾਰੇ ਵਿੱਚ ਚੱਲਿਆ। ਚਲੋ ਗੁੱਸੇ ਗਿਲੇ ਮਾਂ ਭਾਈ। ਹੁਣ ਮਾਤਾ ਭਾਗਪੁਰੀ ਉੱਠ ਖੜੀ ਭਾਈ, ਜਿਹਦੇ ਉਹ ਪਤੀ ਸਨ ਵਜ਼ੀਰ ਸਿੰਘ ਦੇ। ਮਾਤਾ ਭਾਗਪੁਰੀ ਚਰਨਾਂ ਵੱਲ ਖੜੀ ਕਹਿੰਦੀ ਮੈਂ ਪਹਿਲਾਂ ਗੁਰੂ ਕੇ ਬੇਨਤੀ ਕਰਦਾ। ਮਾਤਾ ਗੁਜਰੀ ਜੀ ਨੇ ਵੀ ਬੇਨਤੀ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਆਇਆ, ਉਦੋਂ ਵੀ ਕਰੀ ਸੀ। ਕਹਿੰਦੇ ਸਿਰ ਤੇ ਸਾਈਂ ਆਪਣੇ ਨਿਭਾ ਗਿਆ, ਮੇਰੀ ਵੀ ਨਿਭ ਜੇ, ਮੇਰੇ ਤੇ ਕਿਰਪਾ ਕਰੀ, ਮੇਰੀ ਵੀ ਨਿਭ ਜੇ। ਹੁਣ ਅੱਜ ਮਾਤਾ ਭਾਗਪੁਰੀ ਜੀ ਕਹਿੰਦੇ ਵਜ਼ੀਰ ਸਿੰਘ ਜੀ ਨੂੰ, ਤੁਸੀਂ ਮੈਨੂੰ ਛੱਡ ਕੇ ਚਲੇ ਗਏ, ਮੈਨੂੰ ਕਿਹਦੇ ਆਸਰੇ ਛੱਡ ਕੇ ਗਏ? ਕੱਲੀ ਨੂੰ ਛੱਡ ਕੇ ਚਲੇ ਗਏ। ਹੱਥ ਜੋੜ ਕੇ ਇੱਕ ਵਚਨ ਹੋਰ ਕੀਤਾ, ਪਤੀ ਦੇਵ ਜ਼ਿੰਦਗੀ ਵਿੱਚ ਮੈਥੋਂ ਜਿੰਨੀਆਂ ਵੀ ਭੁੱਲਾਂ ਹੋਈਆਂ, ਦਾਸੀ ਦੀਆਂ ਭੁੱਲਾਂ ਬਖਸ਼ ਦੇਣੀਆਂ। ਮਾਤਾ ਭਾਗਪੁਰੀ ਦੇ ਵਚਨ ਨੇ।
कहती दासी ਦੀਆਂ ਭੁੱਲਾਂ ਬਖਸ਼ ਦੇ। ਜਦੋਂ ਮਾਤਾ ਜੀ ਇਹ ਕਹਿ ਕੇ ਨਾ ਪਿੱਛੇ ਗਰਦਨ ਘੁਮਾਈ, ਪਿੱਛੇ ਸੰਤ ਬਾਬਾ ਅਤਰ ਸਿੰਘ ਹੱਥ ਜੋੜੀ ਖੜੇ ਨੇ, ਦੋਨੇ ਨੇਤਰ ਜਲ ਦੇ ਨਾਲ ਭਰੇ ਹੋਏ ਨੇ। ਆਪਸ ਕਦੇ ਨਹੀਂ ਰੋਏ ਸੀ, ਉਹਦੇ ਰੋਏ, ਉਹਦੇ ਅੱਖਾਂ ਵਿੱਚ ਪਾਣੀ। ਬਾਬਾ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿ ਦਿੰਦੇ ਨੇ, ਅਸੀਂ ਹਮੇਸ਼ਾ ਸੰਗਤ ਕੋਈ ਵੀ ਹੋਵੇ, ਗੁਰੂ ਹਰਗੋਬਿੰਦ ਜੀ ਮਹਾਰਾਜ ਵਰਗਾ ਯੋਧਾ ਹੋਣਾ ਬੜਾ ਮੁਸ਼ਕਲ ਹੈ। ਛੇਵੇਂ ਪਾਤਸ਼ਾਹ 7.5 ਫੁੱਟ ਸਰੀਰ, ਜਦੋਂ ਜੰਗ ਨੂੰ ਜਾਂਦੇ ਨਾ ਛੇਵੇਂ ਪਾਤਸ਼ਾਹ ਇਹ ਕਹਿ ਕੇ ਜਾਂਦੇ ਹੁੰਦੇ, ਕਹਿੰਦੇ ਸਿੰਘੋ ਤੁਸੀਂ ਆਹ ਕੰਮ ਕਰਿਓ, ਅਸੀਂ ਜੰਗ ਫਤਿਹ ਕਰਕੇ ਆਏ। ਜਿਵੇਂ ਆਪਾਂ ਬਾਜ਼ਾਰ ਜਾਂਦੇ ਆ, ਕੋਈ ਛੋਟਾ ਜਿਹਾ ਕੰਮ ਕਰਨ ਜਾਂਦੇ ਆ ਨਾ, ਬੱਚਿਆਂ ਨੂੰ ਕਹਿ ਜਾਂਦੇ ਵੀ ਆਹ ਕੰਮ ਕਰਨੀ, ਮੈਂ ਬਾਜ਼ਾਰ ਜਾ ਕੇ ਆਇਆ, ਮੈਂ ਆਹ ਕੰਮ ਕਰਕੇ ਆ। ਗੁਰੂ ਹਰਗੋਬਿੰਦ ਜੀ ਮਹਾਰਾਜ ਆਏ ਕਹਿ ਕੇ ਜਾਂਦੇ ਹੁੰਦੇ, ਸਿੰਘੋ ਆਹ ਕੰਮ ਕਰੋ, ਅਸੀਂ ਜੰਗ ਜਿੱਤ ਕੇ ਆਏ। ਇੰਨਾ ਮਾਂ ਗੁਰੂ ਸਾਹਿਬ ਦੇ ਵਿੱਚ ਇੰਨਾ ਜ਼ੋਰ, ਇੰਨੀ ਸ਼ਕਤੀ ਸੀ ਮਹਾਰਾਜ ਦੀ, ਇੰਨੇ ਬਲਵਾਨ। ਜਦੋਂ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ ਨਾ, ਬਾਬਾ ਬੁੱਢਾ ਜੀ ਨੇ, ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ ਸੀ, ਡੋਲ ਗਏ ਸੀ ਉਸ ਦਿਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਿਆਰ ਵਿੱਚ ਵੈਰਾਗ ਵਿੱਚ ਗੁਰੂ ਤੋਂ ਕਦੇ ਡੋਲਦਾ ਨਹੀਂ ਪਾਈ, ਪੂਰਨ ਕਰੂ ਨਾ ਡੋਲਦਾ ਪ੍ਰਭ ਪੂਰਾ ਕੀਆ ਆਪ। ਪਰ ਉਹਦੇ ਪਿਆਰ ਵਿੱਚ ਨੇਤਰਾਂ 'ਚ ਜਲ ਆ ਗਿਆ। ਚਿਖਾ ਉੱਪਰ ਜਬ ਧਰੀ ਸੂਰਜ ਪ੍ਰਕਾਸ਼, ਚਿਖਾ ਉੱਪਰ ਜਬ ਧਰੀ ਸਾਹਿਬ ਬੂਟੇ ਦੇਹੇ, ਸ਼੍ਰੀ ਹਰਗੋਬਿੰਦ ਕੇ ਨੈਣ ਸੇ ਚੱਲਿਓ ਨੀਰ ਅਸਨੇਹੇ। ਕਹਿੰਦੇ ਜਲ ਦੀ ਗੰਗਾ ਵਹਿ ਤੁਰੀ ਮਹਾਰਾਜ ਦੇ ਨੇਤਰਾਂ 'ਚੋਂ, ਛੇਵੇਂ ਪਾਤਸ਼ਾਹ ਦੇ ਨੇਤਰਾਂ 'ਚੋਂ। ਜਦੋਂ ਬਾਬਾ ਬੁੱਢਾ ਜੀ ਦਾ ਸੰਸਕਾਰ ਕਰਨ ਲੱਗੇ, ਇਹ ਪਿਆਰ ਹੈ ਭਾਈ, ਇਹ ਵਿਰਾਗ ਦੀਆਂ ਗੱਲਾਂ। ਹੁਣ ਜਦੋਂ ਭਾਈ ਵਜੀਰ ਸਿੰਘ ਜੀ ਦੇ ਅੰਤਮ ਵਿਦਾਇਗੀ ਹੋਣ ਲੱਗੀ, ਸੰਤ ਮਹਾਰਾਜ ਮਾਤਾ ਭਾਗਪੁਰੀ ਦੇ ਪਿਛਲੇ ਪਾਸੇ ਹੈ ਨਾ, ਉਹ ਵੀ ਲਾਈਨ 'ਚ ਖੜੇ ਨੇ ਹੱਥ ਜੋੜੀ, ਸੰਤਾਂ ਦੇ ਨੇਤਰਾਂ 'ਚ ਵੀ ਜਲ ਆ ਗਿਆ ਵਿਰਾਗ ਦਾ। ਤੇ ਹੁਣ ਮਾਤਾ ਭਾਗਪੁਰੀ ਬੋਲ ਪਈ, ਭਾਈ ਸ਼ੰਕਾ ਹੋ ਜਾਂਦੀ ਹੈ ਨਾ, ਕਹਿੰਦੇ ਮਹਾਂਪੁਰਸ਼ੋ ਤੁਸੀਂ ਤਾਂ ਮੈਨੂੰ ਹੌਸਲੇ ਦਿੰਦੇ ਹੁੰਦੇ, ਤੁਸੀਂ ਕਿਉਂ ਰੋਂਦੇ ਹੋ? ਆਪਾਂ ਪਰਿਵਾਰਾਂ 'ਚ ਕਈ ਵਾਰੀ ਗੱਲ ਚੱਲ ਪਾਉਂਦੀ ਹੈ ਨਾ, ਸਿਆਣਾ ਬੰਦਾ ਜਦੋਂ ਰੋਂਦਾ ਆਪਾਂ ਕਹਿੰਦੇ ਤੂੰ ਤਾਂ ਸਾਨੂੰ ਸਮਝਾਉਂਦਾ ਹੁੰਦਾ, ਤੂੰ ਵੀ ਅੱਜ ਰੋਣ ਲੱਗ ਗਿਆ, ਤੂੰ ਵੀ ਰੋਣ ਲੱਗ ਗਿਆ। ਸੱਚੀ ਗੱਲ, ਕਈ ਵਾਰੀ ਬੜੇ ਬੜੇ ਲੀਡਰ ਨੁਮਾਇੰਦਗੀਆਂ ਕਰਨ ਵਾਲੇ ਉਹ ਵੀ ਰੋ ਪੈਂਦੇ ਨੇ ਭਾਈ, ਚੱਲੇ ਨਹੀਂ ਜਾਂਦੇ ਰੋਂਦੇ। ਮਾਤਾ ਭਾਗਪੁਰੀ ਕਹਿੰਦੀ ਸੰਤ ਜੀ ਤੁਸੀਂ ਕਿਉਂ ਰੋ ਪਏ, ਤੁਸੀਂ ਤਾਂ ਸਾਨੂੰ ਸਮਝਾਉਂਦੇ ਹੁੰਦੇ ਸੀ। ਸੰਤ ਕਹਿੰਦੇ ਰੋਵਾਂ ਕਿਵੇਂ ਨਾ, ਅੱਜ ਮੇਰੇ ਸਰੀਰ ਦਾ ਰੋਮ ਖੁੱਸ ਗਿਆ, ਅੰਗ ਮੇਰਾ ਜਿਸ ਤਰ੍ਹਾਂ ਇੱਕ ਅੰਗ ਕੱਟਿਆ ਜਾਵੇ ਨਾ ਸਰੀਰ ਦਾ। ਭਾਈ ਵਜੀਰ ਸਿੰਘ ਨਾਲ ਪਿਆਰ ਸੀ ਭਾਈ, ਰੋਣਾ ਤਾਂ ਆ ਹੀ ਜਾਂਦਾ ਇਹ ਜਿਹੇ ਟਾਈਮ। ਜਦੋਂ ਗੁਰੂ ਨਾਨਕ ਸਾਹਿਬ ਨੇ ਸਰੀਰ ਛੱਡਿਆ ਨਾ, ਗੁਰੂ ਨਾਨਕ ਸਾਹਿਬ ਨੇ ਸਰੀਰ ਛੱਡਿਆ, ਭਾਈ ਲਹਿਣਾ ਜੀ ਖਡੂਰ ਸਾਹਿਬ ਬੈਠੇ, ਉੱਥੇ ਖਬਰ ਪਹੁੰਚ ਗਈ। ਗੁਰੂ ਅੰਗਦ ਸਾਹਿਬ ਜਿਹੜੇ ਬਣਦੇ ਆ ਮੌਤ ਵਿੱਚ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਮਹਾਜੋਤੀ 'ਚ ਲੀਨ ਹੋ ਗਏ। ਫਿਰ ਭਾਈ ਲਹਿਣਾ ਜੀ ਨੇ ਉੱਥੇ ਇੱਕ ਬਚਨ ਕੀਤਾ, ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਹੋ ਪਹਿਲਾ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ, ਪਹਿਲਾ ਮਰ ਜਾਈਏ ਆਪਣੇ ਪਿਆਰੇ ਨਾਲੋਂ।
ਸਮਾਂ ਵੀ ਆਪਣਾ ਤਕਰੀਬਨ ਪੌਣਾ ਘੰਟਾ ਬਚਿਆ। ਮੈਂ ਸੰਤ ਮਹਾਰਾਜ ਜੀ ਦੇ ਉਸ ਪ੍ਰਕਰਨ ਵਾਲਾ ਵਾਂ ਜਿੱਥੇ ਸੰਤ ਮਹਾਰਾਜ ਨੇ ਆਪਣਾ ਸਮਾਜ ਦੇ ਦਿਹਾੜੇ ਪ੍ਰਥਾਏ ਤੋਂ ਵੈਰਾਗਮਈ ਬਚਨਾ ਆਪਣੇ ਸੰਤਾਂ ਦੇ ਜੀਵਨ ਵਿੱਚ ਸਰਵਣ ਕੀਤੇ, ਕਿਉਂਕਿ ਜੈਸਾ ਸਮਾਂ ਹੁੰਦਾ ਹੈ ਉਹਦੇ ਅਨੁਸਾਰ ਹੀ ਬੋਲਣਾ ਬਣਦਾ। ਆਓ ਜੀ, ਸੰਤ ਮਹਾਰਾਜ ਪਟਿਆਲੇ ਦੀਵਾਨ ਸਿੰਘ ਬਾਬਾ ਜੀ ਦੇ ਦਿੱਲੀ ਤੋਂ ਸੁਨੇਹਾ ਆ ਗਿਆ, ਕਹਿੰਦੇ ਮਹਾਰਾਜ ਸਾਡੇ ਸ਼ਹਿਰ ਚ ਵੀ ਦੀਵਾਨ ਲਾਓ, ਚਰਨ ਪਾਓ। ਧਰਮ ਸਿੰਘ ਜੀ ਸਰਦਾਰ ਸਾਹਿਬ ਬੜੀਆਂ ਚਿੱਠੀਆਂ ਤਾਰਾਂ ਵੀ ਦਿੰਦੇ ਰਹੇ, ਟੈਲੀਗ੍ਰਾਮ ਹੁੰਦੀ ਆ ਉਦੋਂ, ਮੋਬਾਈਲ ਫੋਨ ਨਹੀਂ ਸੀ ਹੁੰਦੇ। ਜਿਹੜੀ ਤਾਰ ਹੁੰਦੀ ਨਾ, ਜਿਹਨੂੰ ਟੈਲੀਗ੍ਰਾਮ ਕਹਿੰਦੇ, ਛੇਤੀ ਆ ਜਾਂਦੀ ਹੁੰਦੀ। ਚਿੱਠੀ ਪੱਤਰਕਾ ਸੁਨੇਹੇ ਸੰਤਾਂ ਨੂੰ। ਜਦੋਂ ਸੰਤ ਬਾਬਾ ਜੀ ਦੇ ਪਿਤਾ ਜੀ ਨੇ ਚੜ੍ਹਾਈ ਕੀਤੀ ਆ ਨਾ, ਬਾਬਾ ਕਰਮ ਸਿੰਘ ਜੀ ਨੇ, ਹੁਣ ਤਾਂ ਆਪਾਂ 2 ਮਿੰਟਾਂ 'ਚ ਫੋਨ ਕਰ ਦਿੰਦੇ ਆ ਅਗਲੇ ਨੂੰ। ਕੋਈ ਜਦੋਂ ਕੋਈ ਭਾਣਾ ਵਰਤਦਾ ਸਾਰੇ ਪਾਸੇ ਖੜਕ ਜਾਂਦੀਆਂ ਨੇ, ਅੱਗੇ ਸੁਨੇਹੇ ਲੱਗ ਜਾਂਦੇ। ਸੰਤਾਂ ਨੂੰ 2 ਸਾਲ ਬਾਅਦ ਪਤਾ ਲੱਗਿਆ ਸੀ ਬਾਬਾ ਕਰਮ ਸਿੰਘ ਜੀ ਦਾ ਮੇਰੇ ਬਾਪੂ ਜੀ ਚੜ੍ਹਾਈ ਕਰ ਗਏ। 2 ਸਾਲ ਬਾਅਦ ਫੌਜ ਦੇ ਵਿੱਚ ਚਿੱਠੀਆਂ ਪਾਉਂਦੇ ਰਹੇ। ਸੰਤ ਫੌਜ ਛੱਡ ਕੇ ਹਜੂਰ ਸਾਹਿਬ ਪਹੁੰਚ ਗਏ। ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਗਏ। ਹਜੂਰ ਸਾਹਿਬ ਤੋਂ ਵਾਪਸੀ ਰਿਸ਼ੀਕੇਸ਼, ਹਰਿਦੁਆਰ, ਫਿਰ ਉਸ ਹਰਿਦੁਆਰ ਰਿਸ਼ੀਕੇਸ਼ ਦੇ ਏਰੀਏ ਦੇ ਵਿੱਚ ਉੱਥੇ ਸੰਤਾਂ ਨੂੰ ਉੱਥੇ ਪਤਾ ਲੱਗਿਆ ਸੀ 2 ਸਾਲਾਂ ਬਾਅਦ। ਫਿਰ ਜਦੋਂ ਘਰੇ ਆਏ ਸੀ ਮਹਾਂਪੁਰਸ਼, ਫਿਰ ਮਾਤਾ ਭੋਲੀ ਨੇ ਸੰਤਾਂ ਨੂੰ ਉਲਾਂਭਾ ਦਿੱਤਾ ਆਪਣੇ ਪੁੱਤ ਨੂੰ। ਕਹਿੰਦੀ ਪੁੱਤ ਤਰਸਿਆ, ਕਹਿੰਦੀ ਹੋਰ ਤਾਂ ਠੀਕ ਹੈ, ਤੂੰ ਬੰਦਗੀ ਵੀ ਕਰਦਾ ਹੈ, ਨਾਮ ਵੀ ਜਪਦਾ ਹੈ, ਜਪਾਉਣਾ ਵੀ ਹੈ, ਤੇਰਾ ਸਾਧੂ ਵਾਲਾ ਸੁਭਾਅ ਹੈ ਸ਼ੁਰੂ ਤੋਂ। ਕਹਿੰਦੀ ਘੱਟੋ ਘੱਟ ਪਿਓ ਮਰੇ ਤੋਂ ਤਾਂ ਆ ਜਾਂਦਾ, ਘੱਟੋ ਘੱਟ ਸੰਤਾਂ ਨੂੰ ਇਹ ਬਚਨ ਕੀਤਾ। ਫਿਰ ਸੰਤ ਮਹਾਰਾਜ ਨੇ ਤਾਂ ਕਿਹਾ ਸੀ, ਕਹਿੰਦੇ ਮਾਤਾ ਜੀ ਪਿਤਾ ਜੀ ਤਾਂ ਸਾਡੇ ਯਾਦ ਹੀ ਰਹਿੰਦੇ ਨੇ, ਪਰ ਉਹਨਾਂ ਦੀ ਮੌਤ ਨੇ ਜਿਹੜਾ ਮਰਨਾ ਨਾ, ਜਾਂ ਤਾਂ ਪਹਿਲਾਂ ਵੀ ਰਹਿੰਦਾ ਸੀ, ਉਹਨਾਂ ਦੀ ਮੌਤ ਤੋਂ ਬਾਅਦ ਇਹ ਮੌਤ ਹੋਰ ਵੀ ਦ੍ਰਿੜ ਹੋ ਗਈ ਕਿ ਇੱਕ ਦਿਨ ਸੰਸਾਰ ਛੱਡ ਕੇ ਜਾਣਾ ਹੈ। ਸਾਨੂੰ ਭੁੱਲਦਾ ਨਹੀਂ ਹੈ ਕਿਸੇ ਸਮੇਂ ਪਿਤਾ ਜੀ ਦਾ ਵਿਛੋੜਾ, ਯਾਦ ਰਹਿੰਦੇ ਨੇ ਸਾਡੀ, ਐਸੀ ਗੱਲ ਨਹੀਂ। ਆਓ ਜੀ, ਹੁਣ ਭਾਈ ਜਦੋਂ ਸੰਤ ਮਹਾਰਾਜ ਦਿੱਲੀ ਚਲੇ ਗਏ, ਗੁਰਦੁਆਰਾ ਬੰਗਲਾ ਸਾਹਿਬ, ਉੱਥੇ ਮਹਾਰਾਜ ਦੇ ਦੀਵਾਨ ਲੱਗਦੇ ਸੀ। ਖੁੱਲੀ ਜਗ੍ਹਾ ਤੇ ਦਰੀਆਂ ਵਿਛਾਈਆਂ ਜਾਂਦੀਆਂ, ਉੱਚਾ ਥੜਾ ਸੀ, ਉੱਥੇ ਮਹਾਰਾਜ ਪ੍ਰਕਾਸ਼ ਹੁੰਦੇ ਸੀ। ਉਹ ਥੜੇ ਦੇ ਵਿੱਚ ਕੁਝ ਤਰੇੜਾ ਟੁੱਟਿਆ ਹੋਇਆ ਥੜਾ ਸੀ, ਬਿਲਕੁਲ ਸਾਫ਼ ਨਹੀਂ ਸੀ। ਕਰੈਕ ਜਿਹਨੂੰ ਕਹਿੰਦੇ ਆ, ਕਰੈਕ, ਤਰੇੜਾ ਆਈਆਂ ਹੋਈਆਂ। ਚੇਤਨਾ ਹੈ ਤੋ ਚੇਤਲਾ ਨਿਸ ਦਿਨ ਮੈਂ ਪ੍ਰਾਨੀ, ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ। ਸ਼ਿਰ ਆਉਦ ਵਿਹਾਰ ਹੈ, ਫੁੱਟੇ ਘੱਟ ਜੇ ਪਾਣੀ, ਫੁੱਟੇ ਹੋਏ ਘੜੇ 'ਚ ਤਰੇੜ ਆ ਜੇ, ਉਹਦੇ 'ਚ ਪਾਣੀ ਪਾਈ ਜਾਂਦਾ ਹੀ ਰਹਿੰਦਾ, ਸਿਮਦਾ ਰਹਿੰਦਾ। ਘੜੇ 'ਚ ਤਾਂ ਪਾਣੀ ਵੈਸੇ ਹੀ ਸਿਮ ਜਾਂਦਾ ਹੈ, ਉਹਦੀ ਬਣਾਵਟੀ ਮਿੱਟੀ ਦਾ ਘੜਾ ਹੁੰਦਾ ਉਹ। ਸ਼ਿਰ ਆਉਦ ਵਿਹਾਰ ਹੈ, ਫੁੱਟੇ ਘੱਟ ਜੇ ਪਾਣੀ।
आओ जी ਹੁਣ ਮਹਾਰਾਜ ਜਦੋਂ थे गुरु ग्रंथ साहिब उस थड़े ते प्रकाश ਹੁੰਦੇ संत महाराज ताबिया बहते हर जस कीर्तन होंदा शब्द की विचार होती संगतां दिल्ली दी खिच्चियां तुरियां आईयां कहते भी महापुरुष आए ने एक पढ़े संत बाबा अतर सिंह जी साहिब के बोलों में जानी ऐसी सिपाही कदे किसी को महापुरुष ज्यादा अपीलां बेनतियां नहीं सी करते होंगे आ जाओ भाई अमृत छको जो महत्ता जरूर दस देंगे अमृत की भी अमृत क्यों छकना है अमृत क्यों छकना जरूरी है तो दसती सी संगत उन्होंने वचन सुन के आप ही तैयार हो जाती कई बार सारा पिंड ही तैयार हो जाता शेरपुर खेड़ी सारा पिंड तैयार हो गया अमृत छकण वास्ते कड़े मुक गए कशहरे की सेवा उत्थे देर कशहरे उत्थे दो कशहरे प्रबंध किया उन्होंने भी जो प्राणी आऊगा दो कशहरे और कड़े तो किसी ने सेवा ली वो कशहरे इस बाबत फिर महापुरुषों को दसा कहते जी कड़े भी मुक गए कशहरे जो दिते जा रहे सेवनधारी जो भी कहते महापुरुष कहते आए करो अमृत सब नूं छकाउणा कशहरे दो की जगह इन्होंने एक दे दो एक घरे जाके आपे छकाउण लगे एक कदे पर खाली नहीं मोड़ना फिर कहते जी कड़े भी खत्म हो गए कहते तार ले लो लोहे की तार के कड़े बना के पा दो बाकी के कड़े लेके आप ही पा लगे पर इन्हों खाली मोड़ना नहीं किसी को गुरु कलगीधर पातशाह दे बेड़े की जहाज की टिकट लैन वास्ते आए ने इन्हों बेड़े ते चढ़ लिया महाराज जी कहते खाली ना मुड़ जे कोई हुण मुड़ गया कोई पता नहीं हुण दा खुजिया किथे जा पाऊगा कोई पता नहीं दोबारा छकना कि नहीं छकना मन बदल जाता बंदे का आओ जी हुण उस जगह ते भाई शाम का समय हुण इथों आरंभ हो गया वो दुखांत जिथे आपां जिस समय के संबंध च आपां जुड़े बैठे दीवान की समाप्ति हो गई अरदास हुई संत महाराज भी अरदास में खड़े हो गए उरे तक सब ठीक ठाक सी अरदास होने तक सब ठीक ठाक जो अरदास तो बाद बैठे ना दूजी बारी महाराज के ताबिया उदों महाराज के चरण के तिखी जी सोई की चुभन हुई उदों हुई ये संत महाराज ने आप ही दसी है अपनी सारी कहानी संत तेजा सिंह जी इतिहास में दर्ज है सारी पूछिया सी महाराज भाणा वरतिया किवें फिर संत सुणाउंदे ने कहते ऐ होया पाया ये संतां दे अपने बचन ने चुन हुई जी समाप्ति हो गई संत जी अपने कमरे में चले गए पौड़ियां चढ़ के चुबारे में आसन से भाई करम सिंह नाल दे संतां दे सेवादार जो कमरे च गए पौड़ियां चढ़दे संतां नूं चक्कर आने शुरू हो गए सिर में चक्कर आया पलंगे ते बह गए प्रशादा नहीं छकिया अज संगत नूं कहंदे संगते तुसीं भाई प्रशादा छक लो सारे असीं प्रशादा नहीं छकना महापुरुषों ने प्रशादा नहीं छकिया रात नूं मंजे तो उठे जो पब धरती ते लाया मैं तो एक गुस्ताखी जरूर कर रहा मैं तो ये नहीं दस रहा भी चरण सज्जा कि खब्बा क्यों सारे इतिहासकारों ने इस गल का रेड़ पाया हुआ एक ने लिखा दोनों ने लिखी हुई है संत तेजा सिंह जी सज्जा लिखी जाते हैं और संत बलवंत सिंह जी खब्बा चरण लिखे अस विचाले फसे हुए हाँ कपूर स्टूडियो है संगरूर उन्होंने को एक फोटो है संत महाराज का चित्र है वो पट्टा बनिया संत महाराज के चरण के सज्जा चरण है भाई देखो एक तो लिखत की एक सामने फोटो है तो असं अंदाजा ला सकते भी चरण सज्जा से चलो जी आओ भाई सॉरी संत तेजा सिंह जी सज्जा लिखते हैं वो चरण खब्बा है फोटो के उत्ते सज्जा की खब्बा चरण चित्र अनुसार संत तेजा सिंह जी अनुसार सज्जा चरण और संत बलवंत सिंह कोठा गुरु अनुसार खब्बा चरण खैर चलो आपे सिर खिंच ना पाइए आप संतां दी महिमा करिए गल तो चरण गल गुण भी कर सकता सी रुक के तुहाडे नाल थोड़ा जिहा स्पष्ट कीता है नुकता कहोगे दस्सिया नहीं पता नहीं छड्ड के जा की गल हो मैं जान के चुप कर गया सी चलो तो मैनूं खुद नहीं पता जो फोटो देखते हैं तो जरूर अंदाजा लग जाता है हुण तेजा सिंह जी तो नाल रहे ने महापुरुषां दे पता नहीं सज्जा चरण किस तरह लिखा एक बार नहीं तीन चार बार लिखिया
ਉਪਨਿਆਸ ਵਿੱਚ ਬਾਰ-ਬਾਰ, ਚਲੋ ਇੱਕ ਜਗ੍ਹਾ ਦਾ, ਚਲੋ ਖੈਰ ਆਓ ਆਪਣੇ ਵਿਚਾਰ ਤੇ ਆਓ ਤੁਸੀਂ। ਹੁਣ ਸੰਤ ਮਹਾਰਾਜ ਜਦੋਂ ਪ੍ਰਸ਼ਾਦਾ ਨਹੀਂ ਛਕਿਆ, ਰਾਤ ਦਾ ਟਾਈਮ ਹੋ ਗਿਆ, ਉੱਠ ਕੇ ਚੱਲਣ ਲੱਗੇ, ਚਰਨ ਥੱਲੇ ਲਾਇਆ, ਛਾਲਾ ਸੀ ਫੁੱਟਿਆ, ਸਾਰਾ ਫਰਸ਼ ਗਿੱਲਾ ਹੋ ਗਿਆ। ਸੰਤ ਮਹਾਰਾਜ ਦਾ ਜਿਹੜਾ ਪੈਰ ਦਾ ਅਗਲਾ ਹਿੱਸਾ ਜਿਹਨੂੰ ਪੱਬ ਕਹਿੰਦੇ, ਉਹ ਵੀ ਗਿੱਲਾ ਹੋ ਗਿਆ। ਚਲੋ ਜੀ, ਸੰਤ ਮਹਾਰਾਜ ਨੇ ਕਰਮ ਸਿੰਘ ਜੀ ਨੂੰ ਕਿਹਾ, ਕਹਿੰਦੇ ਭਾਈ ਦੇਖੋ ਤਾਂ, ਕਹਿੰਦੇ ਮਹਾਰਾਜ ਸਾਨੂੰ ਤਾਂ ਇਹ ਲੱਗਦਾ ਹੈ ਵੀ ਕੋਈ ਸਰਪ ਛੂ ਗਿਆ ਆਪ ਜੀ ਨੂੰ। ਕਹਿੰਦੇ ਸਰਪ ਦੀ ਖੇਡ ਲੱਗਦੀ। ਉੱਥੋਂ ਕੋਈ ਦੇਸੀ ਦਵਾਈ ਵਾਲਾ ਬੁਲਾਇਆ ਬੰਦਾ, ਉਹਨੇ ਸੰਤਾਂ ਨੂੰ ਕੋਈ ਦਵਾਈ ਦੇ ਦਿੱਤੀ। ਸੰਤਾਂ ਨੇ ਦਵਾਈ ਲਈ, ਚੱਕਰ ਆਉਣੇ ਬੰਦ ਹੋ ਗਏ ਤੇ ਮਨ ਵੀ ਸ਼ਾਂਤ ਹੋ ਗਿਆ, ਟਕਾ ਚ ਆ ਗਏ। ਭਾਵ ਦਵਾਈ ਨੇ ਉਸਨੇ ਅਸਰ ਕੀਤਾ। ਆਓ ਜੀ, ਉਸ ਤੋਂ ਬਾਅਦ ਭਾਈ ਹੁਣ ਜਿਹੜੇ ਉੱਥੇ ਹੋਰ ਸੀ ਨਾ ਧਨਾੜ ਬੰਦੇ, ਕਈ ਵਾਰੀ ਅਸੀਂ ਕੇਸ ਆਪ ਹੀ ਖਰਾਬ ਕਰ ਲਾਂਗੇ। ਸਾਰੇ ਘਰਾਂ ਵਿੱਚ ਗਏ, ਜਿੰਨਾ ਚਿਰ ਵੱਡੇ ਡਾਕਟਰ ਕੋਲੇ ਨਾ ਜਾਈਏ ਸਾਨੂੰ ਸ਼ਾਂਤੀ ਨਹੀਂ ਆਉਂਦੀ। ਕਈ ਵਾਰੀ ਦੇਸੀ ਟੋਟਕੇ ਨਾਲ ਹੀ, ਮੈਂ ਐਸੇ ਬੰਦੇ ਵੀ ਦੇਖੇ ਨੇ ਜਿਹੜੇ ਦਵਾਈ ਲੈਂਦੇ ਹੀ ਨਹੀਂ, ਉਹ ਦਵਾਈ ਨਹੀਂ ਲੈਂਦੇ। ਜ਼ੁਕਾਮ ਹੋ ਗਿਆ, ਉਹਦੀ ਦਵਾਈ ਉਹਨਾਂ ਦੀ ਆਪਣੀ ਹੈ, ਦੇਸੀ ਹੈ। ਹਲਦੀ ਪਾ ਲੈਂਦੇ ਆ ਦੁੱਧ ਚ, ਚਾਹ ਚ, ਤੁਲਸੀ ਤਲਸੀ ਦੇ ਪੱਤੇ, ਹੋਰ ਕੋਈ ਲੋਕ ਲਗਾਏ, ਦੇਸੀ ਹੋੜ ਪੋੜ ਕਰ ਲੈਂਦੇ ਨੇ ਆਪਣਾ, ਉਹ ਦਵਾਈ ਲੈਂਦੇ ਹੀ ਨਹੀਂ। ਬਹੁਤ ਬੰਦੇ ਮੈਂ ਇਹੋ ਜਿਹੇ ਦੇਖੇ ਨੇ, ਉਹ ਤੰਦਰੁਸਤ ਨੇ। ਬਲੱਡ ਪ੍ਰੈਸ਼ਰ ਵੱਧਦਾ, ਗੋਲੀਆਂ ਲੈਣ, ਆਪ ਕੋਈ ਦਰਖਤ ਹੈ ਅਰਜਨ, ਪਤਾ ਨਹੀਂ ਕੀ ਕਹਿੰਦੇ ਉਹਨੂੰ, ਉਹਦਾ ਛਿਲਕਾ ਲੈ ਲੈਂਦੇ ਨੇ, ਉਹਦਾ ਬੀਪੀ ਠੀਕ। ਚਲੋ, ਮਤਲਬ ਦੇਸੀ ਦਵਾਈ ਤੇ ਇਤਵਾਰ ਨਹੀਂ ਕੀਤਾ। ਉਹਨਾਂ ਨੇ ਆਪਰੇਸ਼ਨ ਕਰਨ ਵਾਲੇ ਬੁਲਾ ਲਏ, ਕਹਿੰਦੇ ਇਹਨੂੰ ਕੀ ਪਤਾ ਹੈ ਜੀ ਬੰਦੇ ਨੂੰ ਦਵਾਈ ਦੇਣੀ, ਇਹਨੂੰ ਤੋਰੋ ਤੁਸੀਂ, ਇਹ ਤਾਂ ਦਵਾਈ ਨਹੀਂ ਲੈਣੀ, ਡਾਕਟਰ ਨੂੰ ਬੁਲਾਓ ਚੱਜ ਦੇ ਨੂੰ। ਉਹ ਡਾਕਟਰ ਆ ਗਿਆ ਭਾਈ, ਡਾਕਟਰ ਦਾ ਨਾਮ ਸੀ ਡਾਕਟਰ ਮਿੱਤਰਾ। ਡਾਕਟਰ ਰਣਵੀਰ ਸਿੰਘ, ਦੋ ਆ ਗਏ, ਇੱਕ ਬੰਗਾਲੀ ਡਾਕਟਰ ਮਿੱਤਰਾ, ਇੱਕ ਰਣਵੀਰ ਸਿੰਘ ਪੰਜਾਬੀ, ਦਿੱਲੀ ਦੀ ਗੱਲ। ਜਦੋਂ ਦੋਨੇ ਡਾਕਟਰ ਆ ਗਏ, ਸੰਤ ਮਹਾਰਾਜ ਦਾ ਚਰਨ ਉਹਨਾਂ ਨੇ ਦੇਖਿਆ। ਸੰਤਾਂ ਨੂੰ ਕਹਿੰਦੇ ਜੀ ਇਹਦਾ ਆਪਰੇਸ਼ਨ ਕਰਨਾ ਪੈਣਾ। ਸੰਤ ਮਹਾਰਾਜ ਕਹਿੰਦੇ ਕਰ ਦੋ ਭਾਈ। ਕਹਿੰਦੇ ਜੀ ਤੁਹਾਨੂੰ ਸੁਣ ਕਰਨਾ ਪੈਣਾ ਹੈ, ਘੱਟ ਵੱਧ ਕਾਫੀ ਹੋਣੀ ਹੈ, ਦਰਦ ਹੋਊਗਾ। ਸੰਤਾਂ ਨੂੰ ਕਹਿੰਦੇ ਕਲੋਰੋਫਾਰਮ ਦੀ ਸ਼ੀਸ਼ੀ ਸੁਕਾਉਣੀ, ਤੁਹਾਨੂੰ ਸ਼ੀਸ਼ੀ ਸੁਕਾ ਦਿੰਦੇ, ਉਹਦੇ ਨਾਲ ਨੀਂਦ ਬੇਹੋਸ਼ੀ ਦੀ ਹਾਲਤ। ਸੰਤ ਕਹਿੰਦੇ ਅਸੀਂ ਸ਼ੀਸ਼ੀ ਕੋਈ ਨਹੀਂ ਸੁਕਾਉਣੀ, ਕੋਈ ਟੀਕਾ ਨਹੀਂ, ਕੁਛ ਨਹੀਂ, ਤੁਸੀਂ ਆਪਣਾ ਕੰਮ ਕਰੋ। ਲਓ ਜੀ, ਬਗੈਰ ਸੁਣ ਕੀਤੇ ਸੰਤਾਂ ਦੇ ਚਰਨ ਦਾ ਆਪਰੇਸ਼ਨ ਸ਼ੁਰੂ ਹੋ ਗਿਆ ਭਾਈ, ਦਿੱਲੀ ਦੀ ਧਰਤੀ ਤੇ। ਬਗੈਰ ਸੁਣ ਕੀਤੇ ਟੀਕਾ ਨਹੀਂ ਲਵਾ ਸਕਦੇ ਆਪਾਂ। ਘੱਟ ਵੱਟ ਸ਼ੁਰੂ ਹੋ ਗਏ, 1.5 ਘੰਟਾ ਆਪਰੇਸ਼ਨ ਹੋਇਆ, 1 ਘੰਟਾ 30 ਮਿੰਟ ਘੱਟ ਵੱਟ ਕਰੀਏ। ਇੱਕ ਬਾਟਾ ਸੀ ਵੱਡਾ ਲੋਹੇ ਦਾ, ਉਹ ਸਾਰਾ ਜੋ ਪੈਰ ਚਰਨ ਦੇ ਵਿੱਚੋਂ ਨਿਕਲਿਆ ਨਾ ਆਪਰੇਸ਼ਨ ਕਰੋ, ਸਾਰਾ ਬਾਟਾ ਭਰ ਗਿਆ ਸੀ ਕਹਿੰਦੇ। ਪਰ ਸੰਤ ਅਡੋਲ ਬੈਠੇ ਰਹੇ। ਸਤਿਜਾ ਸਿੰਘ ਲਿਖਦੇ ਨੇ, ਕਹਿੰਦੇ ਸੰਤਾਂ ਨੇ ਮੁਖੋਂ ਸੀ ਨਾ ਉਚਰੀ। ਹੁਣ ਅਰਦਾਸ ਹੋਣੀ ਹੈ, ਜਦੋਂ ਵੀ ਹੁੰਦੀ ਹੈ ਨਾ, ਆਪਾਂ ਪੜ੍ਹਦੇ ਹਾਂ ਨਾ, ਜਿੰਨਾ ਸਿੰਘਾਂ ਸਿੰਘਣੀਆਂ ਧਰਮੀ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਦੇ ਚੜੇ, ਪੁਰਜਾ ਕੱਟ ਕੇ ਸ਼ਹੀਦ ਹੋ ਗਏ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਆਂ, ਮੁਖੋਂ ਸੀ ਨਾ ਉਚਰੇ। ਸੰਤਾਂ ਨੇ ਵੀ ਮੁਖੋਂ ਸੀ ਨਾ ਉਚਰੇ। ਸਾਧਨ ਹੇਤ ਇਤ ਜਿਨ ਕਰੀ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਸੀਸ ਦਿਆ ਪਰ ਸੀ ਨਾ ਉਚਰੀ। ਸੰਤ ਮਹਾਰਾਜ ਨੇ ਮੁਖੋਂ ਸੀ ਨਾ ਉਚਰੀ। ਹੁਣ ਡਾਕਟਰ ਲੋਕ ਜਾਣ ਵੇਲੇ ਕਹਿੰਦੇ ਪੱਟੀ ਬੰਨ੍ਹਤੀ, ਜ਼ਖਮ ਸਾਫ਼ ਕਰਕੇ, ਵੱਡਾ ਪੱਟਾ ਬੰਨ ਕੇ ਸੰਤਾਂ ਨੂੰ ਕਹਿੰਦੇ ਮਹਾਰਾਜ ਸੌਰੀ, ਤੁਹਾਡੇ ਚਰਨ ਨੂੰ ਖੇਦ ਹੋਇਆ ਹੋ, ਤੁਹਾਨੂੰ ਦੁੱਖ ਬਹੁਤ ਹੋਇਆ ਹੋ। ਸੰਤ ਮਹਾਰਾਜ ਕਹਿੰਦੇ ਭਾਈ ਸਾਨੂੰ ਤਾਂ ਕੋਈ ਦੁੱਖ ਨਹੀਂ ਹੋਇਆ। ਧਿਆਨ ਦੇ ਕੇ ਬਚਨ ਸੁਣਿਆ। ਕਹਿੰਦੇ ਸਾਨੂੰ ਤਾਂ ਕੋਈ ਦੁੱਖ ਨਹੀਂ ਹੋਇਆ, ਪਰ ਜਿਹੜਾ ਸਰੀਰ ਹੈ, ਸਰੀਰ ਨੂੰ ਤਾਂ ਦੁੱਖ ਹੁੰਦਾ ਹੈ। ਇਹ ਜਿਹੜਾ ਸਾਡਾ ਚਰਨ, ਪੈਰ ਕਹਿ ਲਓ, ਚਰਨ ਕਹਿ ਲਓ, ਕਹਿੰਦੇ ਇਹ ਤਾਂ ਸਰੀਰ ਦਾ ਹਿੱਸਾ ਹੈ। ਚਰਨ ਨੂੰ, ਸਰੀਰ ਨੂੰ ਤਾਂ ਦੁੱਖ ਹੋਇਆ ਹੈ, ਪਰ ਸਾਨੂੰ ਦੁੱਖ ਨਹੀਂ ਹੋਇਆ।
ਹੁਣ ਤੁਸੀਂ ਕਹੋਗੇ ਸਰੀਰ ਦੇ ਕਿਸੇ ਹਿੱਸੇ ਨੂੰ ਦੁੱਖ ਹੋਇਆ ਹੋਵੇ ਤੇ ਬੰਦਾ ਕਹੇ, ਕੋਈ ਵੀ ਕਹੇ ਮੈਨੂੰ ਭਾਈ ਸੰਤ ਸਰੀਰ ਨਹੀਂ ਸਨ, ਸੰਤ ਸਰੀਰ ਤੋਂ ਪਰੇ ਸਨ। ਉਹ ਸਰੀਰ ਨਹੀਂ ਸਨ, ਸਰੀਰ ਦਾ ਧਾਰਨ ਕੀਤਾ ਸੀ ਕਿ ਸਿਰਫ ਸਾਡੇ ਵਿੱਚ ਰਹਿ ਕੇ ਸਾਨੂੰ ਸਮਝਾਉਣ ਵਾਸਤੇ। ਉਹ ਸਰੀਰ ਤੋਂ ਬਹੁਤ ਉੱਚੀ ਅਵਸਥਾ ਸੀ ਮਹਾਂਪੁਰਸ਼ਾਂ ਦੀ। ਉਹ ਕਹਿੰਦੇ ਮਹਾਰਾਜ, ਕਹਿੰਦੇ ਤੁਹਾਨੂੰ ਦੁੱਖ ਬੜਾ ਹੋਇਆ ਹੋਣਾ ਹੈ, ਸਾਨੂੰ ਅਫਸੋਸ ਬਹੁਤ ਹੈ। ਫਿਰ ਸੰਤ ਜੀ ਨੇ ਉੱਥੇ ਇੱਕ ਵਚਨ ਕੀਤਾ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ। ਕਹਿੰਦੇ ਭਾਈ ਅਸੀਂ ਸਾਰੀ ਉਮਰ ਆਹ ਸ਼ਬਦ ਪੜ੍ਹਦੇ ਰਹੇ, ਸਾਰੀ ਉਮਰ ਤਾਂ ਅਸੀਂ ਆਹ ਸ਼ਬਦ ਪੜ੍ਹਿਆ, ਹੁਣ ਇਸ ਸਮੇਂ ਤੇ ਅਸੀਂ ਇਹ ਗੱਲਾਂ ਕਰੀਏ ਵੀ ਸਾਡੇ ਸਰੀਰ ਨੂੰ ਦੁੱਖ ਹੋਇਆ ਜੀ, ਸਾਡੇ ਸਰੀਰ ਨੂੰ ਸੁਣ ਕਰੋ ਜੀ। ਕਹਿੰਦੇ ਨਹੀਂ, ਸਾਡੀ ਕਥਨੀ ਚ ਫਰਕ ਹੋ ਜਾਊਗਾ। ਫਿਰ ਮਹਾਰਾਜ ਕਹਿੰਦੇ ਹੁੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾ ਆਈ, ਕਿਰਪਾ ਕਰਤਾ ਸਤਿਗੁਰੂ ਮਿਲੇ ਹਰ ਹਰ ਨਾਮ ਤੇ ਆਈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੁਖਾਈ, ਨਾਨਕ ਗਰੀਬ ਢਹਿ ਪਿਆ ਦਵਾਰ, ਹਰ ਵੇਲ ਲੈ ਵਡਿਆਈ। ਸਤ ਮਹਾਰਾਜ ਕਹਿੰਦੇ ਔਰ ਸਾਰੀ ਉਮਰ ਦਾ ਅਸੀਂ ਆਹ ਸ਼ਬਦ ਪੜ੍ਹਦੇ ਰਹੇ, ਤਨ ਮਨ ਕਾਟ ਕਾਟ ਸਭ ਅਰਪੀ। ਹੁਣ ਤੁਹਾਡੇ ਆਪਰੇਸ਼ਨਾਂ ਤੋਂ ਡਰਦੇ ਮਾਰੇ ਕਹਿੰਦੇ ਨਹੀਂ, ਕੋਈ ਗੱਲ ਨਹੀਂ, ਤੁਸੀਂ ਆਪਣਾ ਕੰਮ ਕੀਤਾ ਭਾਈ, ਤੁਸੀਂ ਜਾਓ, ਕੋਈ ਨਹੀਂ, ਜਿਸ ਤਰ੍ਹਾਂ ਹੋਊਗਾ ਦੇਖੀ ਜਾਓ। ਉੱਥੇ ਮਹਾਂਪੁਰਸ਼ਾਂ ਨੇ ਪਿਆਰੇ ਨਾਲ ਐਸੀ ਕਹਿੰਦੇ ਭਾਈ ਉਹਦੀ ਰਜਾ ਚ ਰਹੀਏ, ਉਹਦੇ ਭਾਣੇ ਚ ਰਹੀਏ, ਹੋ ਰਹੀਏ ਪਿਆਰੇ ਦੀ ਰਜਾ ਦੇ ਵਿੱਚ ਰਾਜੀ, ਪਿਆਰੇ ਨੂੰ ਜੈ ਰਾਜੀ ਰੱਖੋ। ਪਿਆਰੇ ਦੀ ਰਜਾ ਦੇ ਵਿੱਚ ਰਾਜੀ, ਪਿਆਰੇ ਨੂੰ ਜੈ ਰਾਜੀ ਰੱਖੋ।
ਤੂੰ ਸਦਾ ਸਲਾਮਤ ਰਹੇਗਾ। ਵਾਹਿਗੁਰੂ ਜੀ ਭਾਵੇਂ ਦੁੱਖ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਬਣਾਈ। ਮਹਾਰਾਜ ਕੈਸਾ ਵੀ ਸਮਾਂ ਹੋਵੇ ਬਸ ਤੁਹਾਡੀ ਕਿਰਪਾ ਨਾਲ ਲੰਘ ਜਾਂਦਾ। ਵਕਤ ਪਾਉਣ ਵਾਲੇ ਵੀ ਤੁਸੀਂ ਤੇ ਵਕਤ ਕਟਾਉਣ ਵਾਲੇ ਵੀ ਤੁਸੀਂ। ਆਓ ਜੀ ਹੁਣ ਸੰਤ ਮਹਾਰਾਜ ਉਸ ਦੇ ਆਪਰੇਸ਼ਨ ਹੋਇਆ, ਪੱਟਾ ਬੰਨ ਕੇ ਚਲੇ ਗਏ ਸਾਰੇ। ਹੁਣ ਸੰਤ ਜੀ ਨੇ ਉੱਥੇ ਇੱਕ ਸ਼ਬਦ ਬੋਲਿਆ, ਬਚਨ ਬੋਲਿਆ, ਸੰਗਤ ਤੇ ਕਹਿੰਦੇ ਸਾਨੂੰ ਦਿੱਲੀ ਚੋਂ ਕੱਢ ਲਓ, ਸਾਨੂੰ ਦਿੱਲੀ ਚੋਂ ਕੱਢ ਕੇ ਲੈ ਚਲੋ। ਮਹਾਰਾਜ ਕਹਿੰਦੇ ਫਟਾਫਟ ਕੱਢ ਲਓ, ਇਹਨਾਂ ਨੇ ਸਾਨੂੰ ਛੱਡਣਾ ਨਹੀਂ। ਆਪਰੇਸ਼ਨ ਕਰਕੇ ਕਿ ਬਹੁਤ ਜ਼ਿਆਦਾ ਖੇਡ, ਬੜੀ ਬੇਰਹਿਮੀ ਦੇ ਨਾਲ, ਜਿਹਨੂੰ ਪਤਾ ਹੀ ਡਾਕਟਰ ਲੋਕ ਕੀ ਕਰਦੇ ਨੇ ਜਦੋਂ ਕੋਈ ਐਸਾ ਟਾਈਮ ਹੁੰਦਾ। ਕਹਿੰਦੇ ਸਾਨੂੰ ਇੱਥੋਂ ਲੈ ਚਲੋ, ਸਾਨੂੰ ਬਾਲੇਵਾਲ ਲੈ ਚਲੋ। ਮਹਾਰਾਜ ਕਹਿੰਦੇ ਦਿੱਲੀ ਤੋਂ ਮੋਟਰ ਤੇ ਚੜ੍ਹ ਕੇ, ਰੇਲ ਗੱਡੀ ਤੇ ਚੜ੍ਹ ਕੇ ਲੁਧਿਆਣੇ ਤੋਂ ਭਾਈ ਵਿਸ਼ੇਸ਼ਰ ਸਿੰਘ ਪ੍ਰੇਮੀ ਸੰਤਾਂ ਦੇ ਉਹਦੀ ਮੋਟਰ ਗੱਡੀ ਸੀ, ਉੱਤੇ ਚੜ੍ਹ ਕੇ ਬਾਲੇਵਾਲ ਪਹੁੰਚ ਗਏ। ਹੁਣ ਬਾਲੇਵਾਲ ਆ ਗਏ ਭਾਈ ਸੰਤ ਜੀ। ਬਾਲੇਵਾਲ ਵੀ ਬੜੇ ਸੱਪਾਂ ਦਾ ਇਲਾਜ ਕਰਨ ਵਾਲੇ, ਕਿਉਂਕਿ ਗੱਲ ਫੈਲੀ। ਦੇਖੋ ਮੈਂ ਹੁਣ ਤੱਕ ਆਪ ਜੀ ਨੂੰ ਇਹ ਗੱਲ ਨਹੀਂ ਆਖੀ ਕਿ ਸੰਤ ਮਹਾਰਾਜ ਦੇ ਚਰਨਾਂ ਤੇ ਸੱਪ ਛੂ ਗਿਆ ਸੀ, ਇਹ ਗੱਲ ਬਿਲਕੁਲ ਨਹੀਂ ਆਖੀ। ਇਤਿਹਾਸ ਵਿੱਚ ਸਲਾਹਾਂ ਦੇਣ ਵਾਲੇ ਜਿਹੜਾ ਵੀ ਆਉਂਦਾ, ਇਹ ਦੁਨੀਆ ਦਾ ਇੱਕ ਰਿਵਾਜ ਆ ਭਾਈ। ਤਕੜੇ ਬੰਦੇ ਕੋਲੇ, VIP ਬੰਦੇ ਕੋਲੇ, ਮਸ਼ਹੂਰ ਬੰਦੇ ਕੋਲੇ ਹਰ ਬੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੀ ਉਹਦੇ ਨਾਲ ਨੇੜਤਾ ਜਾਂ ਮੇਰਾ ਕੋਈ ਦੂਰ ਦਾ ਜਾਂ ਮੇਰੀ ਆਉਣੀ ਜਾਣੀ ਕਿਵੇਂ ਨਾ ਕਿਵੇਂ। ਇਹ ਦੁਨੀਆ ਦਾ ਇੱਕ ਸੁਭਾਅ ਜਿਹਾ ਬਣਿਆ ਹੋਇਆ। ਹੁਣ ਜਦੋਂ ਸੰਤਾਂ ਦੇ ਚਰਨ ਦੀ ਗੱਲ ਹੋਈ ਨਾ, ਦੂਰੋਂ ਦੂਰੋਂ ਚੱਲ ਕੇ ਜੋਗੀ ਲੋਕ, ਹੋਰ ਸੱਪ ਦਾ ਇਲਾਜ ਕਰਨ ਵਾਲੇ ਲੋਕ ਸਾਰੇ ਪਹੁੰਚਣੇ ਸ਼ੁਰੂ ਹੋ ਗਏ। ਉਹਨਾਂ ਨੇ ਫਿਰ ਬਾਹਰ ਜਾ ਕੇ ਬੜੇ ਮਾਣ ਦੇ ਨਾਲ ਦੱਸਣਾ, ਮੈਂ ਸੰਤ ਬਾਬਾ ਅਤਰ ਸਿੰਘ ਜੀ ਦੇ ਚਰਨ ਤੇ ਸੱਪ ਦੀ ਦਵਾਈ ਲਾ ਕੇ ਆਇਆ, ਆਪਦੀ ਵਡਿਆਈ ਵਾਸਤੇ। ਮੈਂ ਕੋਈ ਛੋਟਾ ਮੋਟਾ ਜੋਗੀ ਨਹੀਂ, ਮੈਂ ਕੋਈ ਛੋਟਾ ਮੋਟਾ ਸਿਆਣਾ ਨਹੀਂ, ਮੈਂ ਤਾਂ ਉਹ ਸਿਆਣਾ ਜਿਹੜਾ ਸੰਤ ਬਾਬਾ ਅਤਰ ਸਿੰਘ ਦੇ ਚਰਨ ਦਾ ਇਲਾਜ ਕਰਦਾ। ਇਹਨਾਂ ਲੋਕਾਂ ਨੇ ਗੱਲ ਚੰਗੀ ਤਰ੍ਹਾਂ ਫੈਲਾਤੀ, ਸਾਰੀ ਘੁੰਮ ਗਈ ਕਿ ਸੰਤਾਂ ਦੇ ਚਰਨ ਤੇ ਸਰਪ ਲੜਿਆ। ਹੁਣ ਇਸ ਗੱਲ ਦੀ ਜੇ ਨਿਖੇਧੀ ਕਰਨੀ ਹੋਵੇ ਨਾ, ਇਹ ਸਿੱਧ ਕਰਨਾ ਹੋਵੇ ਕਿ ਉਹ ਚਰਨ ਤੇ ਸਰਪ ਸੀ ਜਾਂ ਨਹੀਂ ਸੀ, ਤੁਸੀਂ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਕਿੰਨੇ ਐਸੇ ਕੌਤਕ ਦੇਖੋਗੇ, ਕਿੰਨੀਆਂ ਐਸੀਆਂ ਖੇਡਾਂ ਹੁੰਦੀਆਂ ਨੇ ਜਿੱਥੇ ਸਰਪ ਮਹਾਰਾਜ ਵਾਸਤੇ ਮਾਮੂਲੀ ਗੱਲ ਸੀ। ਮਾਤਾ ਭਾਗ ਭਰੀ ਜਿੱਥੇ ਸੰਤਾਂ ਦੀ ਪਾਈ ਸੀ ਨਾ, ਉੱਥੇ ਸ਼ਬਦ ਛੋਟੀ ਜਿਹੀ ਭਜਨ ਕਰਨ ਵਾਸਤੇ ਉੱਥੇ ਸੱਪ ਬਹਿੰਦਾ ਹੁੰਦਾ ਬਹੁਤ ਵੱਡਾ। ਸੰਤ ਮਹਾਰਾਜ ਅੰਦਰ ਬੈਠੇ, ਬਾਹਰ ਬਹਿ ਜਾਂਦਾ ਆ ਕੇ। ਜਦੋਂ ਕੋਈ ਆਉਂਦਾ ਨਾ, ਉਹ ਕੁਟੀਆਂ ਦੇ ਨੇੜੇ ਆਏ ਫੜ ਚੱਕ ਲੈਂਦਾ, ਡਰ ਜਾਂਦੀ ਸੰਗਤ। ਫਿਰ ਇੱਕ ਦਿਨ ਮਹਾਂਪੁਰਸ਼ ਕਹਿੰਦੇ ਭਾਈ ਤੂੰ ਉਰੇ ਨਾ ਬੈਠਿਆ ਕਰ, ਹੁਣ ਤੇ ਤੂੰ ਸੰਗਤ ਡਰਦੀ ਹੈ। ਉਹਨੇ ਉੱਥੇ ਬੈਠਣ ਛੱਡਤਾ, ਮੁੜ ਕੇ ਨਹੀਂ ਆਇਆ। ਅਸੀਂ ਕਹਿੰਦੇ ਸੱਪ ਲੜ ਗਿਆ ਸੀ। ਕਈ ਬਾਬਾ ਸਾਹਿਬ ਦਾਸ ਜੀ ਨੂੰ ਉਹਨਾਂ ਦੇ ਬਚਨ ਨੂੰ ਜੋੜੀ ਜਾਂਦੇ ਨੇ, ਬਾਬਾ ਨਾਨਕ ਦਾਸ ਜੀ ਦੇ ਬਚਨਾਂ ਨੂੰ। ਖੈਰ ਚਲੋ ਆਓ, ਮਹਾਂਪੁਰਸ਼ਾਂ ਦੇ ਦੀਵਾਨ ਵਿੱਚ ਵੀ ਕਈ ਵਾਰੀ ਨਾ ਕੀਰਤਨ ਕਰਦੇ ਹੁੰਦੇ ਐ, ਸਰਪ ਆ ਜਾਂਦੇ ਸਾਹਮਣੇ। ਤੁਸੀਂ ਜਦੋਂ ਇਤਿਹਾਸ ਪੜ੍ਹੋਗੇ ਨਾ ਸੰਤ ਤੇਜਾ ਸਿੰਘ ਜੀ ਦਾ, ਸਾਰੀਆਂ ਗੱਲਾਂ ਉਹਦੇ ਚ ਆ ਜਾਂਦੀਆਂ ਨੇ। ਐ ਦੋ ਤਿੰਨ ਸੱਪ ਇਕੱਠੇ ਆ ਜਾਂਦੇ, ਆਪ ਚਾਹੇ ਗੁੱਥ ਗੁੱਥਾ ਹੋ ਜਾਂਦੇ, ਥੋੜੀ ਦੇਰ ਬਾਅਦ ਆਪੇ ਵਾਪਸ ਚਲੇ ਜਾਂਦੇ। ਜੋਗਾ ਲੱਲਾ ਸ਼ਾਇਦ ਸੋਡੇ ਚੋਂ ਕੋਈ ਉਸ ਇਲਾਕੇ ਦਾ ਭਾਈ ਹੋਵੇ, ਜੋਗੇ ਕੋਲੇ ਪਲਾੜਾ ਹੈ, ਪਲਾੜਾ ਸਾਹਿਬ ਕਹਿੰਦੇ ਆ। ਉਹ 3 ਪਿੰਡਾਂ ਦੀ ਸਾਂਝੀ ਜ਼ਮੀਨ ਹੈ ਸ਼ਾਇਦ, ਉੱਥੇ ਉਹਨੂੰ ਪਲਾੜਾ ਕਹਿੰਦੇ। ਉੱਥੇ ਮਹਾਂਪੁਰਸ਼ ਸਿੱਧੇ ਤੁਰੇ ਜਾਂਦੇ। ਮੈਂ ਸੱਪ ਦੀ ਗੱਲ ਦੀ ਥੋੜੀ ਜਿਹੀ ਕਲੈਰੀਫਿਕੇਸ਼ਨ ਵਾਲੀ ਗੱਲ ਹੀ ਹੋ ਜਾਂਦੀ ਹੈ। ਉੱਥੇ ਤੁਰੇ ਜਾਂਦੇ, ਸਿੱਧੇ ਰਸਤੇ ਜਾਂਦੇ ਨਾ, ਮਹਾਂਪੁਰਸ਼ ਦਾ ਰਸਤਾ ਛੱਡਦਾ ਹੈ, ਸ਼ਾਰਟਕਟ ਹੋ ਗਏ। ਸੰਗਤ ਕਹਿੰਦੀ ਬਾਬਾ ਜੀ ਸਿੱਧਾ ਰਸਤਾ ਇੱਧਰ ਦੀ ਚੱਲਦੇ, ਕਹਿੰਦੇ ਨਹੀਂ ਭਾਈ ਇੱਧਰ ਦੀ ਚੱਲਾਂਗੇ। ਇੱਕ ਉੱਚੀ ਵੱਟ ਤੇ ਜਾ ਕੇ ਮਹਾਂਪੁਰਸ਼ ਖੜੇ ਹੋ ਗਏ। ਇਤਿਹਾਸ ਪੜ੍ਹ ਲਿਓ ਜਿਹਨੇ ਪੜ੍ਹਨਾ ਹੋ, ਇਹਦਾ ਪੰਨਾ ਪੁੱਛ ਲਿਓ, ਫੋਨ ਕਰਕੇ ਪੁੱਛ ਲਿਓ, ਦੱਸ ਦੋ ਵੀ ਉੱਥੇ ਪੜ੍ਹ ਲਓ ਭਾਈ ਲਿਖਿਆ ਹੋਇਆ ਹੈ ਕਿ ਨਹੀਂ ਲਿਖਿਆ। ਕਿ ਸਾਨੂੰ ਆਪ ਕਹਿੰਦਾ ਕਿੱਥੇ ਲਿਖਿਆ ਜੀ, ਇੱਥੇ ਲਿਖਿਆ ਹੈ। ਆਓ ਜੀ, ਜਦੋਂ ਉਸ ਵੱਟ ਤੇ ਜਾ ਕੇ ਖੜੇ ਮਹਾਂਪੁਰਸ਼ ਕਹਿੰਦੇ ਇੱਥੋਂ ਪੱਟੋ ਭਾਈ, ਕਹੀ ਨਾਲ ਪੱਟੋ। ਉੱਥੋਂ ਪਟਾਤਾ, ਵਿੱਚੋਂ ਬਹੁਤ ਭਾਰੀ ਸੱਪ ਨਿਕਲਿਆ। ਉਹਦੇ ਚੋਂ ਸੰਤ ਮਹਾਰਾਜ ਨੇ ਆਪਣਾ ਚਰਨ ਸੱਪ ਦੇ ਸਿਰ ਤੇ ਲਾਤਾ।
ਉੱਥੇ ਹੀ ਸਰੀਰ ਛੱਡ ਗਿਆ। ਮਹਾਂਪੁਰਸ਼ ਕਹਿੰਦੇ ਬੜੇ ਚਿਰ ਦਾ ਬੈਠਾ ਸੀ, ਇਹਦਾ ਕਲਿਆਣ ਕਰਨ ਵਾਸਤੇ। ਹੁਣ ਤੁਸੀਂ ਇੱਕ ਪਾਸੇ ਤਾਂ ਅਸੀਂ ਆਹ ਗੱਲਾਂ ਕਰਦੇ ਆ, ਪੜ੍ਹਦੇ ਆ, ਦੂਜੇ ਪਾਸੇ ਅਸੀਂ ਕਹਿੰਦੇ ਮਹਾਂਪੁਰਸ਼ਾਂ ਦੇ ਚਰਨ ਤੇ ਸਭ ਲੱਗੇ। ਇਹਨਾਂ ਗੱਲਾਂ ਦਾ ਮੇਲ ਨਹੀਂ ਹੈ ਆਪਸ ਚ। ਕਹਿੰਦੇ ਚਲੋ ਖੈਰ ਆਓ। ਹੁਣ ਭਾਈ ਮਹਾਂਪੁਰਸ਼ ਬਾਲੇਵਾਲ ਸਾਹਿਬ ਪਹੁੰਚੇ। ਉੱਥੇ ਸੰਤਾਂ ਦੇ ਬਹੁਤ ਪਿਆਰ ਦੇ ਵਿੱਚ ਲਾਉਂਦੇ ਨੇ। ਸੰਤ ਤੇਜਾ ਸਿੰਘ ਜੀ ਨੂੰ ਵੀ। ਆਹ ਦਿੱਲੀ ਦੇ ਵਿੱਚ ਇੱਕ ਪ੍ਰੇਮੀ ਸੀ ਹੀਰਾ ਸਿੰਘ, ਰਾਗੀ ਹੀਰਾ ਸਿੰਘ। ਉਹ ਸੰਤਾਂ ਨਾਲ 3 ਸਾਲ ਮਸਤੂਆਂ ਨੇ ਰਿਹਾ, ਕੀਰਤਨ ਕਰਦਾ ਹੁੰਦਾ। ਬਿਮਾਰ ਹੋ ਗਿਆ। ਜਦੋਂ ਮਹਾਂਪੁਰਸ਼ ਦਿੱਲੀ ਗਏ, ਉਹ ਯਾਦ ਕਰਦਾ ਹੁੰਦਾ, ਕਹਿੰਦਾ ਸੰਤ ਜੀ ਜੇ ਕਿਤੇ ਆ ਜਾਓ, ਦਰਸ਼ਨ ਦੇ ਜਾਓ, ਮੈਂ ਤਾਂ ਆਪਣੇ ਸਰੀਰ ਢਿੱਲਾ ਨਹੀਂ ਰਹਿੰਦਾ, ਕੋਈ ਪਤਾ ਨਹੀਂ ਕਦੋਂ ਸੁਨੇਹਾ ਆ ਜੇ। ਬੜਾ ਯਾਦ ਕਰ ਕਬੀਰ ਕੇ ਸੋ ਕੁਕੀਆ ਨਾ ਸੁਈਏ ਆਸਾਰ, ਰਾਤ ਰੁਸਕੇ ਕੁਕਨੇ ਕਬੂ ਸੁਣੇ ਪੁਕਾਰ, ਕੁਕਦਾ ਰਹੇ ਪੁਕਾਰ ਸੁਣ ਲੈਂਦਾ ਕਿਤੇ ਨਾ ਕਿਤੇ। ਸੰਤ ਜੀ ਉੱਥੇ ਦਿੱਲੀ ਉਹਦੇ ਕੋਲ ਵੀ ਗਏ ਸੀ ਜਦੋਂ ਦਿੱਲੀ ਰਹਿੰਦੇ ਸੀ। ਹਾਂ ਹੀਰਾ ਸਿਆ ਭਾਈ ਕਿਵੇਂ ਹੈ? ਕਹਿੰਦੇ ਮਹਾਰਾਜ ਬੜੀ ਉਡੀਕ ਸੀ, ਵਧੀਆ ਕੀਤਾ ਤੁਸੀਂ ਆ ਗਏ। ਹੁਣ ਸੰਤ ਮਹਾਰਾਜ ਕਹਿੰਦੇ ਹੀਰਾ ਸਿਆ ਤੂੰ 3 ਸਾਲ ਮਸਤੂਆਣੇ ਰਿਹਾ, 3 ਸਾਲ ਰਿਹਾ ਮਸਤੂਆਣੇ। ਕਹਿੰਦੇ ਤੈਨੂੰ ਇੱਕ ਗੱਲ ਕਹੀ ਸੀ ਅਸੀਂ, ਤੇਰੀ ਯਾਦ ਹੈ? ਤੈਨੂੰ ਇੱਕ ਗੱਲ ਕਹੀ ਸੀ, ਤੇਰੀ ਯਾਦ ਹੈ? ਕਹਿੰਦੇ ਜੀ ਨਹੀਂ ਮੇਰੇ ਤੋਂ ਯਾਦ ਨਹੀਂ। ਕਹਿੰਦੇ ਤੈਨੂੰ ਬ੍ਰਹਮ ਵਿਦਿਆ ਦਾ ਉਪਦੇਸ਼ ਦ੍ਰਿੜ ਕਰਵਾਇਆ ਸੀ। ਕਹਿੰਦੇ ਜੀ ਮੇਰੇ ਨਹੀਂ ਯਾਦ। ਫਿਰ ਮਹਾਂਪੁਰਸ਼ ਕਹਿੰਦੇ ਬਾਬਾ ਬਹਾਦਰ ਸਿੰਘ ਜੀ ਹੀਰਾ ਸਿਆ ਬਾਹਰਲਾ ਹੀਰਾ ਝੂਠ, ਅੰਦਰਲਾ ਹੀਰਾ ਸੱਚ। ਬਾਹਰਲਾ ਹੀਰਾ ਸਰੀਰ, ਉਹਦਾ ਨੂੰ ਹੀਰਾ ਸਿੰਘ ਸੀ। ਕਹਿੰਦੇ ਜਿਹੜਾ ਤੇਰਾ ਸਰੀਰ ਹੈ ਨਾ ਭਾਈ ਬਾਹਰਲਾ, ਇਹ ਤਾਂ ਝੂਠਾ ਨਹੀਂ, ਖਤਮ ਹੋ ਜਾਣਾ ਇੱਕ ਦਿਨ। ਜਿਹੜਾ ਅੰਦਰ ਉਹ ਵਾਹਿਗੁਰੂ ਦੀ ਜੋਤ ਦੱਸਦੀ ਹੈ ਨਾ, ਉਹਦਾ ਧਿਆਨ ਧਰਿਆ ਕਰ। ਜੀਵਾਤਮਾ ਦਾ ਜੁੜ ਕੇ ਆਤਮਾ ਦਾ ਨਾਸ ਨਹੀਂ ਹੁੰਦਾ, ਸਰੀਰ ਦਾ ਨਾਸ। ਉਹਨੂੰ ਫਿਰ ਉੱਤੇ ਉਪਦੇਸ਼ ਦਿੱਤਾ ਕਿ ਮਹਾਂਪੁਰਸ਼। ਆਓ ਜੀ ਫਿਰ ਭਾਈ ਬਾਲੇਵਾਲ ਤੋਂ ਸੰਗਰੂਰ ਤੋਂ ਸੁਨੇਹਾ ਗਿਆ। ਸੰਗਰੂਰ ਆਏ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਰਾਜਮਾਤਾ ਕੋਲੇ ਸੁਨੇਹੇ ਤੇ ਪਹੁੰਚੇ। ਸੰਗਰੂਰ ਤੋਂ ਮਸਤੂਆਣਾ ਸਾਹਿਬ ਚਲੇ ਗਏ। ਮਸਤੂਆਣਾ ਸਾਹਿਬ ਤੋਂ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ, ਕੱਲ ਨੂੰ ਜਿਹੜਾ ਜੋੜ ਮੇਲਾ ਆ ਰਿਹਾ ਧਿਆਨ ਦੇ ਕੇ ਸੁਣਿਓ। ਜਿਹੜਾ ਜੋੜ ਮੇਲਾ ਅਸੀਂ ਹੁਣ ਮਨਾਉਣ ਲੱਗੇ ਆ, ਇਹ ਜੋੜ ਮੇਲਾ ਭਾਈ ਪਹਿਲਾਂ ਮਾਘੀ ਦਾ ਮਨਾਇਆ ਜਾਂਦਾ ਹੁੰਦਾ। ਜਿਵੇਂ ਮੁਕਤਸਰ ਦੀ ਮਾਘੀ ਆ ਨਾ, ਮੁਕਤਸਰ ਦੀ ਇਹ ਜੋੜ ਮੇਲਾ ਮਾਘੀ ਦਾ ਸੀ ਪਹਿਲਾਂ। ਜਦੋਂ ਸੰਤ ਮਹਾਰਾਜ ਨੇ ਸਰੀਰ ਛੱਡਤਾ, ਫਿਰ ਅਕਾਲ ਕੌਂਸਲ ਸਾਰੇ ਪ੍ਰਬੰਧਕ ਨੇ ਸੋਚਿਆ ਵੀ ਪਹਿਲਾਂ ਤਾਂ ਮਾਘੀ ਦਾ ਦਿਹਾੜਾ ਮਨਾਵਾਂਗੇ, ਥੋੜੇ ਦਿਨਾਂ ਬਾਅਦ ਸੰਤਾਂ ਦਾ ਦਿਹਾੜਾ ਆ ਜਾਣਾ, ਵੀ ਆਪਾਂ ਮਾਘੀ ਦਾ ਕੈਂਸਲ ਕਰ ਦੋ, ਸੰਤਾਂ ਦਾ ਦਿਹਾੜਾ ਹੀ ਮਨਾਉਣਾ। ਮਾਘੀ ਦਾ ਦਿਹਾੜਾ ਬੰਦ ਹੋ ਗਿਆ। ਫਿਰ ਆਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਕੱਲ ਵਾਲਾ ਜਿਹੜਾ ਸ਼ੁਰੂ ਹੋਣਾ ਕੱਲ ਤੋਂ। ਹੁਣ ਮਾਘੀ ਦਾ ਦਿਹਾੜਾ ਸੰਤਾਂ ਨੂੰ ਸੁਨੇਹਾ ਆ ਗਿਆ, ਕਿੱਥੋਂ? ਮਸਤੂਆਣਾ ਸਾਹਿਬ ਤੋਂ। ਕਹਿੰਦੇ ਮਹਾਰਾਜ ਤੁਸੀਂ ਆਓ, ਪਹੁੰਚੋ, ਅੱਜ ਤਾਂ ਬਹੁਤ ਉਦਾਸ ਹਾਂ। ਸੰਤ ਮਸਤੂਆਣਾ ਸਾਹਿਬ ਚਲੇ ਗਏ ਇੱਥੋਂ ਆਪਣੇ ਬਾਲੇਵਾਲ ਤੋਂ ਸੰਗਰੂਰ, ਸੰਗਰੂਰ ਤੋਂ ਸਿਵੀਆਂ, ਸਿਵੀਆਂ ਤੋਂ ਮਸਤੂਆਣਾ ਸਾਹਿਬ। ਮਸਤੂਆਣੇ ਪਹੁੰਚ ਗਏ। ਚਰਨ ਦੀ ਉਸੇ ਤਰ੍ਹਾਂ ਹਾਲਤ ਹੈ, ਕਮਰੇ 'ਚ ਬੈਠੇ ਨੇ, ਆਪਣੇ 'ਚ ਕਮਰੇ 'ਚ ਬੈਠੇ ਨੇ। ਕਹਿੰਦੇ ਭਾਈ ਦਿਲ ਤਾਂ ਬਹੁਤ ਕਰਦਾ ਮਹਾਰਾਜ ਦੀ ਹਜ਼ੂਰੀ 'ਚ ਜਾਣ ਨੂੰ, ਪਰ ਕੀ ਕਰੀਏ? ਚਰਨ ਕਨੇ ਦੇਖ ਕੇ ਮਹਾਂਪੁਰਸ਼ ਕਹਿੰਦੇ ਚਲੋ, ਕਹਿੰਦੇ ਬੈਠੇ ਆ। ਕਹਿੰਦੇ ਉਧਰੋਂ ਸੰਗਤ ਨੇ ਸੁਨੇਹਾ ਭੇਜਤਾ। ਕਹਿੰਦੇ ਮਹਾਂਪੁਰਸ਼ਾਂ ਨੂੰ ਭਾਈ ਸੁਨੇਹਾ ਪਹੁੰਚਿਆ ਸੰਗਤ ਹੈ, ਬਾਬਾ ਜੀ ਜਿਵੇਂ ਮਰਜ਼ੀ ਕਰੋ, ਅਸੀਂ ਤਾਂ ਬੇਹਵਲ, ਬੇਵਲ ਸ਼ਬਦ ਲਿਖਿਆ ਇਤਿਹਾਸ ਵਿੱਚ, ਬੇਹਵਲ। ਅਸੀਂ ਤਾਂ ਬੇਵਲ ਹੋ ਗਏ, ਅਸੀਂ ਬੇਵਲ ਹੋ ਗਏ। ਸੰਗਤ ਕਹਿੰਦੀ ਸਾਨੂੰ ਦਰਸ਼ਨ ਦੇ ਆ ਕੇ। ਕਿੰਨੇ ਕਿੰਨੇ ਮਹੀਨੇ ਬੀਤ ਗਏ, ਸਾਨੂੰ ਦਿੱਲੀ ਚਲੇ ਗਏ, ਬਾਲੇਵਾਲ ਚਲੇ ਗਏ, ਮਹਾਰਾਜ ਜੀ ਤੋਂ ਤੁਹਾਡੇ ਦਰਸ਼ਨ ਹੀ ਨਹੀਂ ਕੀਤੇ। ਸੰਗਤ ਵਿੱਚ ਆਓ, ਸੰਗਤ ਉਡੀਕ ਰਹੇ। ਜਦੋਂ ਸੰਗਤਾਂ ਨੂੰ ਕਿਹਾ ਨਾ ਬੇਵਲ ਹੋ ਗਏ, ਉਧਰ ਸੰਗਤ ਕਹਿੰਦੇ ਭਾਈ ਤੁਸੀਂ ਤਾਂ ਮੇਰੇ ਦਰਸ਼ਨਾਂ ਬਗੈਰ ਬੇਵਲ ਹੋ ਗਏ, ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਬਿਨਾਂ ਬੇਵਲ ਹੋ ਗਿਆ। ਮਸਤੂਆਣਾ ਸਾਹਿਬ ਦੀ ਧਰਤੀ ਤੇ ਦੀਵਾਨ ਲੱਗਦੇ ਸੀ, ਕਥਾ ਕੀਰਤਨ ਹੁੰਦੀ ਸੀ, ਸੰਗਤ ਦੇ ਦਰਸ਼ਨ ਹੁੰਦੇ ਸੀ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਸਤੂਆਣਾ ਸਾਹਿਬ ਸੇਵਾ ਕੀਤੀ ਨੂੰ ਮੈਨੂੰ ਵੀ ਬਹੁਤ ਸਮਾਂ ਬੀਤ ਗਿਆ। ਕਹਿੰਦੇ ਮੈਂ ਵੀ ਬੇਵਲ ਹੋ ਗਿਆ। ਪਰ ਇੱਕ ਪੌੜੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਚ ਬਾਣੀ ਦੀ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੱਛੀ ਦਾ ਕਾਹਦਾ ਜੀਵਨ ਪਾਣੀ ਤੋਂ ਬਿਨਾਂ ਖਤਮ ਹੋ ਜਾਂਦਾ। ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਨਾਦ ਗੁਰੂ ਕਹਿੰਦੇ ਦਿਆ ਸਨਮੁਖ ਧਾਵੇ। ਕਾਹਦੇ ਜੀਵਨ ਹੈ? ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਕਾਹਦਾ ਜੀਵਨ?
संत जी ये धारण इस पंक्ति तो पढ़ते होंगे महापुरुष। ओ असली ना बचनी मीर बिना, असली ना बचनी मीर बिना। जीवन पावै बूंद भी ना चात्र क्यों क्यों कर्तृ पतावै नाद गुरु कहवे ते असल में कुटता है पावर लोभी कुसम दास का मिल आप बंधावै तेरो संत जना हर प्रीत है देख दर्श अजावै। आओ जी हुण समा नहीं भाई विचारा करन दा ज्यादा। सो संत जी महाराज संगत विच चले गए। आओ जी आ वचन करके संगत पासों किवा मंगांगे। ਹੁਣ ਮਹਾਂਪੁਰਸ਼ਾਂ ਨੇ ਜਦੋਂ ਸੰਗਤ ਜਾ ਕੇ ਬੈਠ ਗਏ ਨਾ ਬਾਬਾ ਜੀ, ਸੰਗਤ ਕਹਿੰਦੀ ਮਹਾਰਾਜ ਹੁਣ ਰੋਜ਼ ਦੇ ਪ੍ਰੇਮੀ ਪਹਿਲਾਂ ਤੇ ਸੰਤਾਂ ਦੇ ਸੰਗੀ ਮਸਾ ਤਾਂ ਦਰਸ਼ਨ ਹੋਏ। ਕਹਿੰਦੇ ਬਾਬਾ ਜੀ ਕੋਈ ਬਚਨ ਸੁਣਾ ਦਿਓ। ਤਰਸਰੀ ਜੀ ਸੰਗਤ ਵੀ ਕੁਛ ਬੋਲਣ ਮੁਖ ਦੇ ਵਿੱਚੋਂ। ਫਿਰ ਸੰਤ ਜੀ ਨੇ ਭਾਈ ਉੱਥੇ ਇੱਕ ਸ਼ਬਦ ਦੀ ਪ੍ਰਥਾ ਕਰਤੀ। ਮਸਤੂਆਣਾ ਸਾਹਿਬ ਇਹ ਸੰਤਾਂ ਦੇ ਜੀਵਨ ਦੀ ਸੰਗਤ ਵਿੱਚ ਬੈਠ ਕੇ
मैं संगत विच बैठ के कह रहे आखिरी कथा सी संगत विच बैठ के केड़ा शब्द सी जी काहे रे मन खोजन जाई सर्व निवासी सदा अलेपा तो ही संग समाई पोप मद जो बास बासता है मुकुर में जैसे शाही तैसे ही हर बसर निरंतर घट ही खोजो भाई बाहर भीतर एको जानो एक और ज्ञान बताई जन नानक बिन आपा चीनै बेटे ना परम की काई ਇਹ ਸ਼ਬਦ ਦੀ ਕਥਾ ਕਰਤੀ ਮਹਾਂਪੁਰਸ਼ਾਂ ਹੁਣ ਜਿਹੜੇ ਕੀਰਤਨ ਸੁਣਦੇ ਪ੍ਰੇਮੀ ਸੀ ਸੰਤਾਂ ਦੀ ਰਸਨਾ ਤੋਂ ਗੁਰੂ ਦੀ ਬਾਣੀ ਸਰਵਣ ਕਰਦੇ ਹੁੰਦੇ ਕਹਿੰਦੇ ਬਾਬਾ ਜੀ ਇੱਕ ਸ਼ਬਦ ਵੀ ਪੜ੍ਹ ਦੋ ਇੱਕ ਸ਼ਬਦ ਤਾਂ ਪੜ੍ਹ ਦੋ ਮਹਾਂਪੁਰਸ਼ਾਂ ਨੇ ਬਥੇਰਾ ਕਿਹਾ ਕਹਿੰਦੇ ਭਾਈ ਸੰਗਤੇ ਹੁਣ ਤੁਸੀਂ ਇੰਨੀ ਹਾਜ਼ਰੀ ਪ੍ਰਵਾਨ ਕਰ ਲਿਓ ਕਹਿੰਦੇ ਜੀ ਇੱਕ ਸ਼ਬਦ ਤਾਂ ਪੜ੍ਹ ਹੀ ਦਿਓ ਬੇਨਤੀ ਮੰਨ ਕੇ ਸੰਗਤ ਦੀ ਹੁਣ ਸੰਤਾਂ ਨੇ ਤੁਖਾਰੀ ਰਾਗ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜਿਆ ਇੱਕ ਫਿਰ ਕਿਹੜਾ ਸੀ ਜੀ ਉਹ ਕੀਰਤਨ ਕੀਤਾ ਉਸ ਸ਼ਬਦ ਦਾ ਮਹਾਰਾਜ ਨੇ ਮਸਤਗੜ ਸਾਹਿਬ ਦੀ ਧਰਤੀ ਤੇ ਚੱਲਣ ਵੇਲੇ ਉਹ ਸੀ ਬੜਾ ਬੈਰਾਗੀ ਸ਼ਬਦ ਸਾਜਨ ਦੇਸ਼ ਵਿਦੇਸੀ ਅੜੇ ਸਾਹ ਨੇੜੇ ਦੇਂਦੀ ਇਹ ਮੇਰਿਆ ਸੱਜਣਾ ਮੇਰਿਆ ਪ੍ਰੀਤਮਾ ਵਿਦੇਸ਼ਾਂ ਵਿੱਚ ਚਲਾ ਗਿਆ ਤੂੰ ਦੇਸ਼ ਵਿਦੇਸ਼ ਤੂੰ ਵਿਦੇਸ਼ਾਂ ਵਿੱਚ ਜਾ ਕੇ ਵਸ ਗਿਆ ਦੂਰ ਹੈ ਮੇਰੇ ਪਾਸੋਂ मैं तेन जीव रूपी इस्तरी मेरी जीव आत्मा तेन स्नेह दे गई जिन्हों के पुत प्रदेशों च बैठे ने याद करते हैं परदेसी की होंगे ने विदेशी की होंगे ने उन्होंने पता है आओ जी साजन देश विदेशी आड़े सा नेहड़े देंदी सार संभाले तेन सज्जना मुद नैण भरेंदी कहते ए प्रदेशों में बैठने वाले सज्जना मैं तेन वाहिगुरू की गल करदी है जीव आत्मा मैं तेन स्नेह दे रही हाँ याद करदी हाँ तेन सार संभाले याद करना तेन सज्जना उन्हां सज्जना नूं गलिए चिकड़ दूर करन नाल प्यारे नेह ओदी गल हो रही है जी सार संभाले तेन सज्जना मुंद मैं निमाणी नैण भरेंदी जदों मैं तेन याद करदी है वाहिगुरू ए परमेश्वर मेरे दोने नेत्र पानी नाल भर आउंदे इस शब्द का अर्थ यही है ਇਹਦਾ ਕੀਰਤਨ ਕੀਤਾ ਮਹਾਂਪੁਰਸ਼ਾਂ ਨੇ ਸਾਰ ਸੰਭਾਲੇ ਤਿਨ ਸੱਜਣਾ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉ ਪ੍ਰਭ ਮਿਲਾ ਪਿਆਰੇ ਕਹਿੰਦੇ ਮੇਰੇ ਨੈਣ ਭਰ ਜਾਂਦੇ ਨੇ ਤੇਰੇ ਗੁਣਾਂ ਨੂੰ ਯਾਦ ਕਰਦੇ ਆ ਨਾਲ ਮੇਰੇ ਮਨ ਵਿੱਚ ਖਿਆਲ ਆਉਂਦਾ ਹੈ ਤੂੰ ਮੈਥੋਂ ਦੂਰ ਵਿਦੇਸ਼ਾਂ ਵਿੱਚ ਬੈਠਾ ਹੈ ਤੇਰਾ ਦੇਸ਼ ਬੜੀ ਦੂਰ ਹੈ ਮੈਂ ਤੈਨੂੰ ਕਿਵੇਂ ਮਿਲਾਂ साजन देश विदेशी अड़े सा नेड़े देंदी सार संभाले तेन सज्जना मुद नैण भरेंदी गुण सारेंदी क्यों पग मिला प्यारे मार्ग पंथ ना जानो बिखड़ा क्यों पाइए फिर पारे हे वाहिगुरू जी तेरे मिलण दा रास्ता बड़ा कठिन है मार्ग पंथ इको ही अर्थ है दोनों का मार्ग भी पंथ भी मार्ग पंथ ना जानो मैं नहीं जानती रास्ता तेन मिलण दा बिखड़ा बड़ा औखा रास्ता है क्यों पाई जाकर तेरा मिलाप क्यों हम शब्द की समाप्ति सतगुर शब्द श्री विष्णु महाराज कहते सतगुर शब्द श्री विष्णु कैसे प्यार तन मन आज्ञा रख है नानक अमृत बिरख महारस फलिया मिल प्रीत महारा रस आख है ये शब्द पढ़िया भाई उत्थे संतां ने पढ़ के उतो बस फिर बस समाप्ति हो गई है फिर इथों फिर चले गए संगरूर तो कहते जी आओ फिर ऐसी जगह ते महापुरुष आ गए ने ऐसी जगह ते आए इलाज चलते रहे सब कुछ उसी तरह होंदा रहा 19 माह की रात दोपहर अच्छा रात दे कोई 1:30 बजे का टाइम सी जो संत महाराज महाज्योति विच लीन हो गए पंज भौतिक शरीर का त्याग किया फिर उस शरीर इथों बाबा गुलाब सिंह जी कस्तूरबा साहब चले गए पहला चले गए कहते असं जाके तैयारी करवाने ये आप देखते हैं सारे कुछ बंदे उत्थे चले जाते हैं पहला अगे और जाके पहुंच जाते हैं शमशान तैयारी करवाते सियाने पुरुष कहते हैं भाई कुछ बंदे पहला जाओ जाके तैयारी करवाओ सो बाबा गुलाब सिंह जी कस्तूरबा साहब पहुंचे ने संगत पुछती है कहते जी संत नहीं आए संत नहीं आए बाबा गुलाब सिंह जी की दसा जो राणा साहब वाले प्रेमी गए ना इंग्लैंड में शरीर छड्ड के जेडे नाल गए सी ना
ਉਹਨਾਂ ਨੂੰ ਵਾਪਸ ਆਇਆ ਨੂੰ ਸੰਗਤ ਪੁੱਛੇ, ਕਹਿੰਦੇ ਸੰਤ ਕਿੱਥੇ ਨੇ? ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਸੰਤ ਨਹੀਂ ਆਏ। ਉਹ ਕਹਿੰਦੇ ਅਸੀਂ ਕੀ ਦੱਸੀਏ, ਅਸੀਂ ਕੀ ਦੱਸੀਏ, ਸੰਤ ਕਿਉਂ ਨਹੀਂ ਆਏ? ਸੋ ਬਾਬਾ ਗੁਲਾਬ ਸਿੰਘ ਜੀ ਨੂੰ ਕਿਹਾ, ਕਹਿੰਦੇ ਸੰਤ ਨਹੀਂ ਆਏ। ਫਿਰ ਬਾਬਾ ਗੁਲਾਬ ਸਿੰਘ ਜੀ ਕਹਿੰਦੇ ਸਾਧੂ ਆਪਣੇ ਦੇਸ਼ ਚਲੇ ਗਏ, ਸੰਤ ਜੀ ਸੱਚਖੰਡ ਚਲੇ ਗਏ, ਸੰਤ ਜੀ ਸਰੀਰ ਕਰਕੇ ਸਾਡੇ ਪਾਸੋਂ ਚਲੇ ਗਏ, ਸਰੀਰ ਕਰਕੇ ਚਲੇ। ਆਓ ਜੀ, ਫਿਰ ਇੱਥੋਂ ਮੋਟਰ ਪਾਸੋਂ ਵਿਚਾਰ ਚੱਲ ਰਹੀ ਸੀ, ਇਹ ਬੜੇ ਆਨੰਦਮਈ। ਆਓ ਜੀ, ਇੱਥੋਂ ਮੋਟਰ ਦੇ ਵਿੱਚ ਸੰਤਾਂ ਦਾ ਸਰੀਰ ਸਵਾਰ ਕੀਤਾ ਹੈ। ਸੰਗਤਾਂ ਪ੍ਰੇਮੀ ਮਹਾਂਪੁਰਸ਼ ਨਾਲ ਨੇ, ਮਸਤਵਲ ਸਾਹਿਬ ਨੂੰ ਚਾਲੇ ਪਾਏ ਨੇ ਭਾਈ। ਕਮਾਲ ਦੀ ਗੱਲ, ਉਹ ਮੋਟਰ ਦਾ ਸੀਨ ਜਿਹੜਾ ਹੈ ਕਿਤੇ ਇਤਿਹਾਸ ਵਿੱਚ ਨਹੀਂ ਲਿਖਿਆ। ਮੋਟਰ ਦਾ ਸੀਨ ਤਾਂ ਹੈ, ਮੋਟਰ ਦੇ ਮਹਾਂਪੁਰਸ਼ ਗਏ, ਮਸਤਵਲ ਸਾਹਿਬ ਰਸਤੇ ਵਿੱਚ ਦਰਸ਼ਾਲੇ ਸੰਗਤਾਂ ਮਨ ਦੀਆਂ ਉਡਾਰੀਆਂ ਕਈ ਵਾਰੀ ਵੱਜ ਜਾਂਦੀਆਂ ਨੇ, ਕਲਪਨਾ ਹੋ ਜਾਂਦੀ ਹੈ ਵੀ ਮਨਾ ਉਹ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਸੰਗਰੂਰ ਤੋਂ ਪਹਿਲਾਂ ਵੀ ਮਸਤੂਆਣਾ ਸਾਹਿਬ ਆਉਂਦੇ ਸੀ, ਪਹਿਲਾਂ ਵੀ ਆਉਂਦੇ ਸੀ। ਪਹਿਲਾਂ ਉਹ ਰੱਥ ਵਿੱਚ ਜਾਂ ਕਿਸੇ ਗੱਡੇ ਤੇ ਜਾਂ ਕਿਸੇ ਸਵਾਰੀ ਤੇ ਬੈਠ ਕੇ ਆਉਂਦੇ ਸੀ। ਅੱਜ ਸੰਤ ਬਾਬਾ ਅਤਰ ਸਿੰਘ ਜੀ ਲੇਟ ਕੇ ਜਾ ਰਹੇ, ਮਸਤੂਆਣਾ ਸਾਹਿਬ ਨੂੰ ਅੱਜ ਬੈਠ ਕੇ ਨਹੀਂ, ਅੱਜ ਲੇਟ ਕੇ ਜਾ ਰਹੇ। ਅੱਗੇ ਜਦੋਂ ਸੰਤ ਮਹਾਂਪੁਰਸ਼ ਜਾਂਦੇ ਸੀ ਮਸਤੂਆਣਾ ਸਾਹਿਬ ਸੰਗਰੂਰ ਤੋਂ ਜਾਂਦੇ, ਨਾਲ 10, 20, 50 ਸੇਵਕ ਹੁੰਦੇ ਸੀ। ਅੱਜ ਕੀ ਹੋਇਆ? ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਰਸਤੇ ਵਿੱਚ ਸਤਿਕਾਰ ਵਾਸਤੇ ਖੜੀਆਂ ਨੇ। ਅੱਜ ਇਕੱਲੇ ਨਹੀਂ ਜਾ ਰਹੇ। ਉੱਥੇ ਜਾ ਕੇ ਇਸ਼ਨਾਨ ਕਰਵਾਇਆ। ਇਸ਼ਨਾਨ ਕਰਾਉਣਾ ਮੇਰੇ ਕੋਲ ਸਮਾਂ ਸੀਮਿਤ ਹੈ, ਮੇਰੀ ਉਧਰ ਨਿਗਾਹ ਬਾਰ-ਬਾਰ ਜਾਂਦੀ। ਬਾਬਾ ਜੀ ਨੇ ਕਿਹਾ ਸੀ 4 ਵਜੇ ਸਮਾਪਤੀ ਕਰਾਂਗੇ। ਚਲੋ 2-4 ਮਿੰਟਾਂ ਦੀ ਫਰਕ ਪੈਂਦਾ। ਜਦੋਂ ਅੰਤਮ ਇਸ਼ਨਾਨ ਕਰਾਇਆ ਨਾ ਸੰਤਾਂ ਨੂੰ, ਅੰਤਮ ਇਸ਼ਨਾਨ, ਤਾਂ ਜਦੋਂ ਕਹਿੰਦੇ ਹੁਣ ਪੱਟਾ ਤਾਂ ਖੋਲ ਕੇ ਦੇਖ ਲਓ, ਜ਼ਖਮ ਤਾਂ ਦੇਖ ਲਓ, ਬਾਬਾ ਜੀ ਦੇ ਚਰਨ ਦੇ ਉੱਤੇ ਇੰਨਾ ਸਮਾਂ ਬੀਤ ਗਿਆ। ਉਹ ਪੱਟਾ ਖੋਲ ਕੇ ਆਪਾਂ ਦੇਖੀਏ ਤਾਂ ਸੇ ਕੀ ਹੋਇਆ ਸੀ ਚਰਨ ਨੂੰ। ਸਾਧ ਸੰਗਤ ਜੀ, ਜਦੋਂ ਮਹਾਂਪੁਰਸ਼ਾਂ ਦੇ ਚਰਨ ਦਾ ਪੱਟਾ ਖੋਲਿਆ ਗਿਆ, ਚਰਨ ਤੇ ਕੋਈ ਵੀ ਜ਼ਖਮ ਨਹੀਂ ਸੀ, ਕੋਈ ਵੀ ਜ਼ਖਮ ਨਹੀਂ ਸੀ। ਪਛਾਣ ਕਰਨੀ ਔਖੀ ਸੀ, ਇਹ ਗੱਲ ਸੱਜੇ ਚਰਨ ਦੀ ਹੋ ਰਹੀ ਸੀ ਕਿ ਖੱਬੇ ਦੀ ਹੋ ਰਹੀ ਸੀ, ਇੱਕੋ ਜਿਹੇ ਚਰਨ। ਇਹਨੂੰ ਕੀ ਕਹਿੰਦੇ ਆ ਜੀ? ਇਹਨੂੰ ਕਹਿੰਦੇ ਨੇ ਭਾਈ ब्रह्म ज्ञानी की मित कौन बखाना है, ब्रह्म ज्ञानी की गत। और पढ़ भी लो, उसके बाद ओ गत ब्रह्म की है नीली जी, कोई ब्रह्म की है नीली जी, कोई ब्रह्म के ब्रह्म ज्ञानी जाने। ਅਸੀਂ ਭਾਈ ਬੋਲ ਜਾਂਦੇ ਆ, 2-2 ਘੰਟੇ 3-3 ਘੰਟੇ ਕੀਰਤਨ ਕਰ ਜਾਂਦੇ ਆ, ਪਰ ਅਸੀਂ ਮਹਾਂਪੁਰਸ਼ਾਂ ਦੀ ਗਤ ਨਹੀਂ ਜਾਣ ਸਕਦੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀਆਂ ਤੁਸੀਂ ਜਾਣਦੇ, ਅਸੀਂ ਨਹੀਂ ਜਾਣ ਸਕਦੇ। ਸੋ ਆਓ ਜੀ, ਬਸ ਫਿਰ ਉੱਥੇ ਭਾਈ ਖੰਡ ਪਾਠ ਸਾਹਿਬ ਗੀਠਾ ਸਾਹਿਬ ਮਹਾਰਾਜ ਦਾ ਸਜਾਇਆ ਗਿਆ ਪਵਿੱਤਰ ਸ਼ਰੀਰ, ਬੜੀਆਂ ਸੰਗਤਾਂ ਉੱਥੇ। ਹੁਣ ਗੁਰਦੁਆਰਾ ਗੀਠਾ ਸਾਹਿਬ ਬਣਿਆ ਨਾ, ਮੇਰੇ ਕੋਲ ਸਮਾਂ ਨਹੀਂ। ਗੀਠਾ ਸਾਹਿਬ ਬਾਰੇ ਮਹਾਰਾਜ ਨੇ ਪਹਿਲੀ ਕਰਤਾ ਸੀ, ਜਦੋਂ ਇਹ ਰਾਜਾ ਹੀਰਾ ਸਿੰਘ ਨੇ ਕਿਹਾ ਨਾ ਮਹਾਰਾਜ ਉਰੇ ਨਹੀਂ ਬਣਾਇਆ ਸਾਗਰ ਜਿਹੜਾ ਬਣਿਆ, ਕਹਿੰਦੇ ਰੋ ਨਾ, ਉਰੇ ਵੀ ਬਣੂਗਾ ਜਦੋਂ ਤੂੰ ਔਰ ਅਸੀਂ ਸਰੀਰ ਵਿੱਚ ਨਹੀਂ ਹੋਵਾਂਗੇ।
ਇੱਥੇ ਵੀ ਬਣੂਗਾ ਮਹਾਰਾਜ। ਉਹ ਫਿਰ ਉੱਥੇ ਬਣਿਆ। ਆਓ ਜੀ, ਇੱਕ ਹੋਰ ਵੀ ਵਚਨ ਕੀਤਾ ਹੈ, ਇਹਨੂੰ ਬਲੈਤ ਦੀ ਮਾਇਆ ਲੱਗਣੀ ਹੈ, ਉਹ ਵੀ ਲੱਗੀ। ਚਲੋ ਖੈਰ, ਆਓ ਜੀ ਹੁਣ ਭਾਈ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ, ਬੜੇ ਬੜੇ ਭੰਡਾਰੇ, ਬੇਅੰਤ ਸੰਗਤ, ਮਹਾਂਪੁਰਸ਼ ਦੂਰ ਦਰਾਡੇ ਤੋਂ